ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਮਾ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਪੰਜਵਾ। ਸਫਲ ਸੁਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਮਿਲੈ ਜਾਣੀ। ਧਨ ਸੋ ਵੇਲਾ ਜਿਤ ਹਰ ਗਾਵਤ ਸੁਨਣਾ, ਆਏ ਤੇ ਪਰਵਾਨਾ ਦਿਓ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਗੁਰੂ ਅਰਜਨ ਦੇਵ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੇ ਪਾਵਨ ਅੰਗ 103 ਦੇ ਉੱਪਰ ਸੁਭਾਇਮਾਨ ਹੈ। ਸਤਿਗੁਰੂ ਜੀ ਨੇ ਜੋ ਅੱਜ ਇਹਨਾਂ ਪਾਵਨ ਸ਼ਬਦਾਂ ਰਾਹੀਂ, ਪਾਵਨ ਬੋਲਾਂ ਰਾਹੀਂ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ, ਉਹਦੇ ਵਿੱਚ ਸਤਿਗੁਰੂ ਜੀ ਮਨੁੱਖਾ ਕਾਇਆ ਜਿਹੜੀ ਹੈ, ਮਨੁੱਖਾ ਸਰੀਰ ਦੀ ਬਾਤ ਕਰਦੇ, ਇਹਨੂੰ ਸਫਲ ਕਰਨ ਦਾ ਢੰਗ ਤੇ ਤਰੀਕਾ ਸਤਿਗੁਰੂ ਜੀ ਦੱਸ ਰਹੇ। ਔਰ ਜਿੱਥੇ ਮਾਲਕ ਪਾਤਸ਼ਾਹ ਜੀ ਮਨੁੱਖਾ ਸਰੀਰ, ਮਨੁੱਖਾ ਦੇਹੀ ਨੂੰ ਸਫਲ ਕਰਨ ਦਾ ਢੰਗ ਔਰ ਤਰੀਕਾ ਦੱਸ ਰਹੇ ਨੇ, ਉੱਥੇ ਸੰਸਾਰ ਉੱਤੇ, ਸਮਾਜ ਉੱਤੇ ਆਏ ਹੋਏ ਜਿਹੜੇ ਮਨੁੱਖ ਨੇ, ਉਹਨਾਂ ਵਿੱਚੋਂ ਕਿਹੜੇ ਜੀਵ ਨੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ, ਜਿਹੜੇ ਕਬੂਲੇ ਜਾਂਦੇ, ਜਾਂ ਇਉਂ ਕਹਿ ਲਓ
ਜਿਨ੍ਹਾਂ ਦਾ ਸੰਸਾਰ ਉੱਤੇ ਆਇਆ ਹੋਇਆ ਸਫਲਾ ਗਿਣਿਆ ਜਾਂਦਾ ਹੈ, ਉਹ ਸਤਿਗੁਰੂ ਜੀ ਦਰਸਾ ਰਹੇ। ਸਭ ਤੋਂ ਪਹਿਲਾਂ ਗੁਰੂ ਬਾਬਾ ਜੀ ਨੇ ਜ਼ਿਕਰ ਕੀਤਾ ਸ਼ਬਦ ਦੀ ਆਰੰਭਤਾ ਕਰਦੇ ਹਾਂ, ਕਹਿੰਦੇ ਸਫਲ ਸੋ ਬਾਣੀ ਜਿਤ ਨਾਮ ਵਖਾਣੀ। ਜਦੋਂ ਗੁਰਬਾਣੀ ਪੜ੍ਹਦੇ ਹਾਂ ਤੇ ਬਾਣੀ ਦੇ ਅਰਥ ਜਿਹੜੇ ਨੇ ਉਹ ਸਤਿਗੁਰੂ ਜੀ ਪ੍ਰਕਰਨ ਮੁਤਾਬਕ ਸਾਨੂੰ ਬਖਸ਼ਦੇ। ਜਦੋਂ ਆਪਾਂ ਜਪਜੀ ਨੂੰ ਪੜ੍ਹਿਆ ਤੇ ਜਪਜੀ ਦੇ ਵਿੱਚ ਸਤਿਗੁਰੂ ਜੀ ਬਾਣੀ ਦਾ ਅਰਥ ਬਣਾਵਟ ਵੀ ਕਰਦੇ, ਬਣਤਰ ਵੀ ਕਰਦੇ ਨੇ। ਜਿਹੜੇ ਪਾਵਨ ਬੋਲ ਆਪਾਂ ਸ਼ਰਮ ਖੰਡ ਕੀ ਬਾਣੀ ਰੂਪ ਜਾਂ ਕਰਮ ਖੰਡ ਕੀ ਬਾਣੀ ਜ਼ੋਰ, ਉੱਥੇ ਬਾਣੀ ਦਾ ਅਰਥ ਬਣਾਵਟ ਹੈ, ਬਣਤਰ। ਵੈਸੇ ਜੋ ਆਪਾਂ ਬਾਣੀ ਦੀ ਗੱਲ ਕਰਾਂਗੇ ਤੇ ਬਾਣੀ ਦਾ ਅਰਥ ਹੁੰਦਾ ਬੋਲੀ, ਬਾਣੀ ਜੋ ਆਪਣੇ ਮੁਖ ਤੋਂ ਬੋਲੀ ਜਾ ਰਹੀ ਹੈ। ਜਦੋਂ ਉਹੀ ਬਾਣੀ ਗੁਰੂ ਦੇ ਮੁਖ ਤੋਂ ਉਚਾਰੀ ਗਈ ਤੇ ਉਹ ਗੁਰਬਾਣੀ ਬਣ ਗਈ। ਉਹੀ ਬਾਣੀ ਆਮ ਮਨੁੱਖ ਵੱਲੋਂ ਉਚਾਰੀ ਗਈ ਤੇ ਉਹ ਇੱਕ ਬੋਲੀ, ਇੱਕ ਬਾਣੀ ਰਹਿ ਗਈ। ਔਰ ਗੁਰੂ ਸਾਹਿਬ ਜੀ ਨੇ ਅੱਜ ਜ਼ਿਕਰ ਕੀਤਾ, ਕਹਿੰਦੇ ਸਫਲ ਸੋ ਬਾਣੀ। ਹੁਣ ਜੇ ਆਪਾਂ ਇਸ ਬਾਤ ਨੂੰ ਵਿਚਾਰੀਏ, ਆਮ ਜੀਵਨ ਅਸੀਂ ਮਨੁੱਖਾਂ ਵਰਗਾ ਬਤੀਤ ਕਰ ਰਹੇ ਹਾਂ। ਆਮ ਮਨੁੱਖਾਂ ਵਰਗਾ ਜੀਵਨ, ਔਰ ਅਸੀਂ ਆਪਣੀ ਜ਼ੁਬਾਨ ਤੋਂ ਰੋਜ਼ ਨਤਾ ਪ੍ਰਤੀ ਪਤਾ ਹੀ ਨਹੀਂ ਕਿੰਨੇ ਕੁ ਸ਼ਬਦ, ਕਿੰਨੀ ਕੁ ਲਫ਼ਜ਼ ਜਿਹੜੇ ਉਹ ਬੋਲਦੇ ਆ, ਕਿੰਨੀ ਬੋਲੀ ਬੋਲਦੇ ਆ ਆਪਣੀ ਜ਼ੁਬਾਨ ਤੋਂ। ਇਹਦਾ ਵੀ ਕੋਈ ਕਥਨ ਨਹੀਂ ਹੈ, ਕੋਈ ਸੀਮਾ ਨਹੀਂ ਹੈ। ਇਨਸਾਨ ਸਾਰਾ ਦਿਨ ਬੋਲਦਾ, ਪਰ ਮਾਲਕ ਜੀ ਅੱਜ ਦੱਸ ਰਹੇ ਵੀ ਬੋਲਿਆ ਹੋਇਆ ਕਿਹੜਾ ਲਫ਼ਜ਼ ਹੈ ਜਿਹੜਾ ਪ੍ਰਵਾਨ ਹੋ ਜਾਂਦਾ ਤੇ ਕਿਹੜਾ ਬੋਲਿਆ ਲਫ਼ਜ਼ ਸਫਲ ਹੈ। ਹੁਣ ਬੋਲਣ ਨੂੰ ਇਨਸਾਨ, ਇੱਕ ਬਾਪੂ ਜੀ ਦਾ ਪਾਵਨ ਬਚਨ ਹੈ ਜਿੱਥੇ ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਨੇ ਕਿ ਆਪਣੀ ਜ਼ੁਬਾਨ ਤੋਂ ਬੋਲਣ ਲੱਗਿਆ ਮਨੁੱਖਾ ਖਿਆਲ ਰੱਖ ਕੇ ਸ਼ਬਦ ਬੋਲੀ, ਕਿਤੇ ਇਹ ਨਾ ਹੋਵੇ ਕਿ ਤੇਰੀ ਜ਼ੁਬਾਨ ਉੱਤੋਂ ਬੋਲਿਆ ਹੋਇਆ ਲਫ਼ਜ਼ ਕੇਵਲ ਝੱਖੜ ਹੋਵੇ, ਹਵਾਵਾਂ ਹੀ ਹੋਣ, ਉਹ ਕਰਮ ਨਾ ਹੋਵੇ। ਤੇਰਾ ਬੋਲਿਆ ਇੱਕ ਇੱਕ ਲਫ਼ਜ਼, ਇੱਕ ਇੱਕ ਸ਼ਬਦ ਪ੍ਰਵਾਨਿਆ ਜਾਏ। ਜਿਵੇਂ ਮਾਲਕ ਜੀ ਨੇ ਜ਼ਿਕਰ ਕਰਦੇ ਆ ਆਖਿਆ, ਕਹਿੰਦੇ ਸੰਤ ਮਿਲੈ ਕਿਛ ਸੁਣੀਐ ਕਹੀਐ, ਮਿਲੈ ਅਸੰਤ ਮਸਤ ਕਰ ਰਹੀ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਬਾਣੀ ਵਿੱਚ ਜ਼ਿਕਰ ਕਰਦੇ ਆ, ਆਖਦੇ ਮੂਰਖ ਸਿਉ ਬੋਲੇ ਝੱਖ ਮਾਰੀ। ਜੇ ਇਨਸਾਨ ਮੂਰਖਤਾਈ ਨਾਲ ਜਾਂ ਮੂਰਖ ਦੇ ਨਾਲ ਬੈਠਾ ਬੋਲ ਰਿਹਾ, ਬਸ ਇਉਂ ਕਹਿ ਲਓ ਵੀ ਬੈਠਾ ਝੱਖ ਹੀ ਮਾਰ ਰਿਹਾ। ਔਰ ਦੂਜੇ ਪਾਸੇ ਜੇ ਗੁਰਮੁਖ ਨਾਲ, ਸੂਝਵਾਨ ਨਾਲ, ਸਿਆਣੇ ਨਾਲ ਬੋਲ ਰਿਹਾ ਹੈ ਤੇ ਉਹੀ ਬੋਲਿਆ ਉਹਦਾ ਪਰ ਉਪਕਾਰ ਬਣ ਜਾਂਦਾ ਹੈ, ਉਹੀ ਪਰ ਉਪਕਾਰ ਹੈ। ਔਰ ਸਤਿਗੁਰੂ ਜੀ ਅੱਜ ਕਹਿ ਰਹੇ, ਜਿਵੇਂ ਆਪਾਂ ਜੇ ਆਪਣੀ ਬਾਤ ਕਰੀਏ ਤੇ ਸਾਰਾ ਦਿਨ ਅਸੀਂ ਵੀ ਆਪਣੀ ਜ਼ੁਬਾਨ ਤੋਂ ਬੋਲਦੇ ਹਾਂ, ਔਰ ਮਨਾਂ ਵਿੱਚ ਸਵਾਲ ਇਹ ਹੈ ਕਿ ਜੋ ਲਫ਼ਜ਼ ਅਸੀਂ ਆਪਣੀ ਜ਼ੁਬਾਨ ਤੋਂ ਸਾਰਾ ਦਿਨ ਬੋਲਦੇ ਹਾਂ ਉਹ ਪ੍ਰਵਾਨੇ ਜਾਂਦੇ ਨੇ? ਕਿ ਉਹ ਪਾਵਨ ਬਚਨ, ਉਹ ਬੋਲ ਜਿਹੜੇ ਅਸੀਂ ਆਪਣੀ ਜ਼ੁਬਾਨ ਤੋਂ ਬੋਲ ਰਹੇ ਹਾਂ, ਜੇ ਗੁਰਬਾਣੀ ਲਫ਼ਜ਼ ਪੜ੍ਹ ਰਹੇ ਹਾਂ ਤੇ ਪਾਵਨ ਨੇ, ਜੇ ਅਸੀਂ ਨਿਤਾ ਪ੍ਰਤੀ ਰੂਟੀਨ ਵਜੋਂ ਬੋਲ ਰਹੇ ਹਾਂ ਤੇ ਉਹ ਕੇਵਲ ਬੋਲੀ ਹੈ। ਕਿ ਸਾਡਾ ਬੋਲਿਆ ਹੋਇਆ ਹਰ ਬੋਲ ਪ੍ਰਵਾਨਿਆ ਜਾਂਦਾ ਹੈ। ਬਾਪੂ ਜੀ ਫਿਰ ਜ਼ਿਕਰ ਕਰਦੇ ਆ, ਸਮਝਾਉਂਦੇ, ਕਹਿੰਦੇ ਜੇ ਅਸੀਂ ਆਪਣੀ ਜ਼ੁਬਾਨ ਤੋਂ ਬੋਲ ਰਹੇ ਹਾਂ ਤੇ ਸਾਡਾ ਬੋਲਿਆ ਕੇਵਲ ਉਹ ਲਫ਼ਜ਼ ਰੱਬ ਜੀ ਦੇ ਦਰ ਉੱਤੇ ਪ੍ਰਵਾਨਿਆ ਤੇ ਕਬੂਲਿਆ ਜਾਂਦਾ ਹੈ, ਜਿਸ ਬੋਲੀ ਦੇ ਰਾਹੀਂ, ਜਿਨ੍ਹਾਂ ਬਚਨਾਂ ਦੇ ਰਾਹੀਂ, ਜਿਨ੍ਹਾਂ ਲਫ਼ਜ਼ਾਂ ਦੇ ਰਾਹੀਂ ਅਸੀਂ ਅਕਾਲ ਪੁਰਖ ਜੀ ਕੀ ਮਹਿਮਾ, ਅਕਾਲ ਪੁਰਖ ਪਰਮੇਸ਼ਵਰ ਜੀ ਕੀ ਵਡਿਆਈ, ਜਾਂ ਇਉਂ ਕਹਿ ਲਈਏ ਜਿਹੜੇ ਲਫ਼ਜ਼ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਲਈ ਅਸੀਂ ਉਚਾਰਦੇ ਹਾਂ, ਕੇਵਲ ਰੱਬ ਜੀ ਦੇ ਦਰ ਉੱਤੇ ਉਹ ਲਫ਼ਜ਼ ਪ੍ਰਵਾਨੇ ਜਾਂਦੇ ਨੇ। ਜਦੋਂ ਅਸੀਂ ਸੰਸਾਰਕ ਤੌਰ ਤੇ ਵੇਖੀਏ ਤੇ ਜੀਵ ਸਾਰਾ ਦਿਨ ਕਈ ਤਰ੍ਹਾਂ ਦੀਆਂ ਸ਼ਬਦਾਵਲੀਆਂ ਵਰਤਦਾ, ਫਿੱਕਾ ਵੀ ਬੋਲਦਾ ਹੈ,
ਕਈ ਤਰ੍ਹਾਂ ਦੇ ਲਫ਼ਜ਼ ਆਪਣੀ ਜ਼ੁਬਾਨ ਤੋਂ ਬੋਲਦਾ, ਤੇ ਮਾਲਕ ਜੀ ਬਾਣੀ ਦੇ ਰਾਹੀਂ ਸਾਨੂੰ ਸਮਝਾਉਂਦਿਆਂ ਉਪਦੇਸ਼ ਦਿੰਦਿਆਂ ਇਹ ਆਖਦੇ ਨੇ ਕਿ ਅਸੀਂ ਆਪਣੀ ਜ਼ੁਬਾਨ ਤੋਂ, ਆਪਣੀ ਰਸਨਾ ਤੋਂ ਉਹ ਲਫ਼ਜ਼ ਬੋਲਣਾ ਜਿਹਦੇ ਨਾਲ ਸਾਡੇ ਜੀਵਨਾਂ ਅੰਦਰ, ਸਾਡੇ ਮਨਾਂ ਦੇ ਅੰਦਰ, ਇਨਸਾਨੀਅਤ ਦੇ ਅੰਦਰ ਮਿਠਾਸ ਤੇ ਪ੍ਰੇਮ ਭਰਿਆ ਜਾਏ। ਸਾਡੀ ਲਫ਼ਜ਼ ਤੋਂ ਬੋਲ ਕੇਵਲ ਉਹ ਨਿਕਲਣ। ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਆਸਾ ਕੀ ਵਾਰ ਵਿੱਚ ਬਚਨ ਆਖੇ, ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੈ ਫਿੱਕੀ ਸੋਏ, ਫਿੱਕਾ ਦਰਗਾ ਸੱਟੀਐ ਮੂੰਹ ਥੁੱਕਾਂ ਫਿੱਕੈ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਖੈ ਸਜਾਏ। ਰੱਬ ਜੀ ਦੇ ਦਰ ਉੱਤੇ ਉਹ ਸਜ਼ਾ ਹਾਸਲ ਕਰਦਾ, ਸਜ਼ਾ ਪਾਉਂਦਾ ਜਿਹੜਾ ਆਪਣੀ ਜ਼ੁਬਾਨ ਤੋਂ ਫਿੱਕਾ ਲਫ਼ਜ਼ ਬੋਲਦਾ ਹੈ। ਜਿਵੇਂ ਬਾਪੂ ਜੀ ਨੇ ਬਾਣੀ ਵਿੱਚ ਬਾਬਾ ਫਰੀਦ ਜੀ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਇੱਕ ਫਿੱਕਾ ਨਾਂਗਾ ਲਾਏ ਸਭਨਾ ਮੈਂ ਸੱਚਾ ਧਣੀ, ਹਿਆਉ ਨਾ ਠਾਹੇ ਕਹੀਂਦਾ ਮਾਨਕ ਸਭ ਅਮੋਲਵੇਂ। ਆਪਣੀ ਜ਼ੁਬਾਨ ਤੋਂ ਅਸੀਂ ਉਹ ਲਫ਼ਜ਼ ਬੋਲੀਏ ਜਿਹੜਾ ਸਾਡੇ ਕੀਮਤੀ ਹਿਰਦਿਆਂ ਨੂੰ ਜਾਂ ਕਿਸੇ ਦੇ ਕੀਮਤੀ ਮਾਨਕ ਰੂਪ ਹਿਰਦਿਆਂ ਨੂੰ ਸੰਭਾਲੀ ਰੱਖੇ। ਕਿਤੇ ਇਹ ਨਾ ਹੋਵੇ ਕਿ ਸਾਡਾ ਫਿੱਕਾ ਬੋਲਿਆ ਉਹਦੇ ਹਿਰਦੇ ਨੂੰ ਤੋੜ ਕੇ ਰੱਖ ਦੇ। ਮਾਲਕ ਜੀ ਨੇ ਅੱਜ ਆਖਿਆ ਸਫਲ ਸੋ ਬਾਣੀ, ਉਹ ਬਾਣੀ ਸਫਲ ਹੈ, ਉਹ ਬੋਲੇ ਹੋਏ ਲਫ਼ਜ਼ ਸਫਲ ਨੇ ਜਿਹੜੇ ਲਫ਼ਜ਼ਾਂ ਦੇ ਰਾਹੀਂ ਅਸੀਂ ਨਾਮ ਵਖਾਣੀ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਦੀ ਸ਼ੋਭਾ ਕਰ ਰਹੇ ਹਾਂ। ਫਿਰ ਗੁਰਪ੍ਰਸਾਦ ਕਿੰਨੇ ਵਿਰਲੇ ਜਾਣੇ। ਸਤਿਗੁਰੂ ਕਹਿੰਦੇ ਉਸ ਬਾਣੀ ਨੂੰ, ਉਹਨਾਂ ਲਫ਼ਜ਼ਾਂ ਨੂੰ ਕੋਈ ਵਿਰਲਾ ਹੀ ਜਾਣਦਾ ਹੈ, ਵਿਰਲਾ ਹੀ ਸਮਝਦਾ ਕਹਿ ਲੋ, ਜਾਂ ਵਿਰਲਾ ਹੀ ਉਹ ਬਾਣੀ ਆਪਣੀ ਰਸਨਾ ਤੋਂ ਉਚਾਰਦਾ ਤੇ ਬੋਲਦਾ ਹੈ। ਧੰਨ ਸੋ ਵੇਲਾ, ਉਹ ਵੇਲਾ ਧੰਨ ਹੈ, ਉਹ ਘੜੀ ਧੰਨ ਹੈ, ਜਿਤ ਜਿਸ ਵਕਤ ਹਰ ਗਾਵਤ ਸੁਣਨਾ, ਹਰੀ ਪਰਮੇਸ਼ਵਰ ਨੂੰ ਗਾਉਣਾ ਤੇ ਸੁਣਨਾ ਹੈ। ਆਏ ਤੇ ਪਰਵਾਨਾ ਜੀਓ ਜਿਹੜੇ ਇਹ ਕਰਮ ਕਰਦੇ ਨੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਉਹਨਾਂ ਦਾ ਆਇਆ ਹੋਇਆ ਸਫਲਿਆ ਹੋ ਜਾਂਦਾ ਹੈ। ਜਾਂ ਉਹ ਆਏ ਹੋਏ ਜੀਵ ਸੰਸਾਰ ਉੱਤੇ ਪਰਵਾਨੇ ਜਾਂਦੇ ਨੇ ਜਿਹੜੇ ਜੀਵ ਆਪਣੇ ਅਸਲ ਮਨੋਰਥ ਤੇ ਮਕਸਦ ਨੂੰ ਸਮਝ ਲੈਂਦੇ, ਜਿਹਨੂੰ ਬਾਪੂ ਜੀ ਨੇ ਆਖਿਆ ਆਇਓ ਸੁਣਨ ਪੜਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ। ਮਨੁੱਖਾ ਕਿਤੇ ਇਹ ਨਾ ਹੋਵੇ ਕਿ ਆਪਣਾ ਜੀਵਨ ਵਿਅਰਥ ਗਵਾ ਕੇ ਚਲਾ ਜਾਏ। ਆਪਣੇ ਜੀਵਨ ਨੂੰ ਪ੍ਰਵਾਨ ਕਰੀ। ਜੇ ਜੀਵਨ ਪ੍ਰਵਾਨ ਕਰਨਾ ਹੈ ਤੇ ਉਹਦੇ ਵਾਸਤੇ ਸਾਹਿਬ ਕਹਿੰਦੇ ਉਹਨਾਂ ਦਾ ਆਇਆ ਹੋਇਆ ਪ੍ਰਵਾਨਿਆ ਜਾਂਦਾ ਹੈ, ਕਬੂਲ ਪੈਂਦਾ ਹੈ। ਜਿਹੜੇ ਮਨੁੱਖ ਇਸ ਗੱਲ ਨੂੰ ਸਮਝ ਗਏ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤਕ ਫਕੜੇ ਸਭ ਮੁੱਕਦੀ ਚੱਲੀ ਰਹਿਣ। ਜਿਨ੍ਹਾਂ ਨੇ ਇਸ ਗੱਲ ਨੂੰ ਸਮਝ ਲਿਆ ਕਿ ਜੀਵ ਸੰਸਾਰ ਉੱਤੇ ਅਕਾਲ ਪੁਰਖ ਜੀ ਕੀ ਸ਼ੋਭਾ, ਅਕਾਲ ਪੁਰਖ ਪਰਮੇਸ਼ਵਰ ਜੀ ਕੀ ਵਡਿਆਈ, ਰੱਬੀ ਗੁਣਾਂ ਨੂੰ ਆਪਣੇ ਜੀਵਨ ਅੰਦਰ ਧਾਰਨ ਕਰਨ ਵਾਸਤੇ, ਰੱਬ ਜੀ ਨਾਲ ਆਪਣਾ ਮੇਲ ਕਰਨ ਵਾਸਤੇ, ਅਕਾਲ ਪੁਰਖ ਪਰਮੇਸ਼ਵਰ ਦੇ ਨਾਲ ਇਕਮਿਕਤਾ ਵਾਸਤੇ ਸੰਸਾਰ ਉੱਤੇ ਆਇਆ, ਉਹਨਾਂ ਦਾ ਆਇਆ ਹੋਇਆ ਫਿਰ ਇਸ ਸਮਾਜ ਤੇ, ਇਸ ਸੰਸਾਰ ਉੱਤੇ ਪ੍ਰਵਾਨਿਆਂ ਤੇ ਕਬੂਲਿਆ ਗਿਆ। ਬਾਪੂ ਜੀ ਕਹਿੰਦੇ ਪਰ ਇਸ ਬਾਤ ਨੂੰ ਕੋਈ ਵਿਰਲਾ ਹੀ ਹੈ ਜਿਹੜਾ ਜਾਣਦਾ ਹੈ, ਕੋਈ ਵਿਰਲਾ ਹੈ ਜਿਹੜਾ ਇਸ ਬਾਤ ਨੂੰ ਸਮਝਦਾ ਹੈ। ਜਾਂ ਬਾਪੂ ਜੀ ਬਾਣੀ ਅੰਦਰ ਜ਼ਿਕਰ ਕਰਦੇ ਆ ਆਖਦੇ ਕੋਈ ਵਿਰਲਾ ਹੀ ਹੈ ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੋ ਕੇ ਗੁਰਮਤ ਉੱਤੇ ਚੱਲਦਾ ਹੈ। ਕਿਉਂਕਿ ਜਦੋਂ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਬਣਾਂਗੇ, ਸੁਭਾਵਿਕ ਜਿਹੀ ਬਾਤ ਹੈ, ਉਦੋਂ ਹੀ ਸਾਡੇ ਜ਼ੁਬਾਨ ਉੱਤੋਂ ਨਿਕਲਿਆ ਇੱਕ ਇੱਕ ਲਫ਼ਜ਼ ਅਕਾਲ ਪੁਰਖ ਜੀ ਕੀ ਸ਼ੋਭਾ ਵਾਲਾ ਹੋਏਗਾ। ਜਦੋਂ ਅਸੀਂ ਗੁਰੂ ਦੀ ਮੱਤ ਦੇ ਧਾਰਨੀ ਬਣਾਂਗੇ, ਉਦੋਂ ਹੀ ਸਾਡੀ ਰਸਨਾ ਤੋਂ, ਜਿਵੇਂ ਆਪਾਂ ਮਾਲਕ ਜੀ ਕੇ ਪਾਵਨ ਬਚਨ ਪੜ੍ਹਦੇ ਆ ਨਾ, ਜਿੱਥੇ ਸਤਿਗੁਰੂ ਜੀ ਜ਼ਿਕਰ ਕਰਦੇ ਆ ਆਖਦੇ ਕਿ ਜਦੋਂ ਰੱਬ ਦਾ ਪਿਆਰਾ ਭਗਤ ਜਨ ਕੋਈ ਭਗਤ ਰੂਪ ਆਪਣੀ ਰਸਨਾ ਤੋਂ ਬੋਲਦਾ ਤੇ ਉਹ ਇਉਂ ਲੱਗਦਾ ਜਿਵੇਂ ਅੰਮ੍ਰਿਤ ਦੇ ਝਰਨੇ ਚੱਲ ਰਹੇ ਹੋਣ, ਜਿਵੇਂ ਮਾਨੋ ਅੰਮ੍ਰਿਤ ਦਾ ਬਹੁਤ ਵੱਡਾ ਸੋਮਾ ਵਹਿ ਰਿਹਾ ਹੋਵੇ। ਪਰ ਜੇ ਇੱਕ ਸੰਸਾਰੀ ਜੀਵ ਦੀ ਬਾਤ ਕਰਾਂਗੇ ਤੇ ਫਿਰ ਸੰਸਾਰੀ ਜੀਵ ਆਪਣੀ ਜ਼ੁਬਾਨ ਤੋਂ ਬੋਲਦਾ ਹੋਇਆ ਕਈ ਤਰ੍ਹਾਂ ਦੇ ਐਸੇ ਲਫ਼ਜ਼ ਵੀ ਵਰਤ ਜਾਂਦਾ ਹੈ
ਜਿਹੜੇ ਕਦੇ ਵੀ ਨਾ ਤੇ ਗੁਰੂ ਕੀਆਂ ਨਜ਼ਰਾਂ 'ਚ ਪ੍ਰਵਾਣੇ ਗਏ, ਨਾ ਹੀ ਕਦੇ ਉਹ ਲਫ਼ਜ਼ ਸੰਸਾਰ ਨੂੰ ਚੰਗੇ ਲੱਗੇ, ਔਰ ਨਾ ਹੀ ਕਦੇ ਉਹ ਲਫ਼ਜ਼ ਅਕਾਲ ਪੁਰਖ ਪਰਮੇਸ਼ਵਰ ਨੂੰ ਭਾਏ। ਅਸੀਂ ਤੇ ਜਦੋਂ ਆਪਣੇ ਜੀਵਨ ਅੰਦਰ ਧੰਨ ਗੁਰੂ ਨਾਨਕ ਸਾਹਿਬ ਜੀ ਕੀ ਪਾਵਨ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਜੀ ਕੀ ਪਾਵਨ ਬਾਣੀ ਨੂੰ ਪੜ੍ਹਦੇ ਹਾਂ ਤੇ ਬਾਪੂ ਜੀ ਬਾਣੀ ਅੰਦਰ ਸਾਨੂੰ ਸਮਝਾਉਂਦੇ ਆ, ਇਹ ਜ਼ਿਕਰ ਕਰਦੇ, ਸਾਨੂੰ ਤੇ ਸਭ ਤੋਂ ਪਹਿਲਾਂ ਸਵਾਲ ਹੀ ਇਹ ਦੱਸਿਆ ਗਿਆ ਕਿ ਅਸੀਂ ਆਪਣੀ ਜ਼ੁਬਾਨ ਤੋਂ ਕਿਹੜਾ ਲਫ਼ਜ਼ ਬੋਲੀਏ, ਕਿਹੜਾ ਪਾਵਨ ਸ਼ਬਦ ਬੋਲੀਏ, ਜਿਹੜੇ ਪਾਵਨ ਸ਼ਬਦ ਨੂੰ ਸੁਣਦਿਆਂ ਰੱਬ ਸਾਡੇ ਉੱਤੇ ਪ੍ਰਸੰਨ ਹੋ ਜਾਏ। ਪਹਿਲਾ ਸਵਾਲ ਹੀ ਗੁਰੂ ਸਾਹਿਬ ਜੀ ਬਾਣੀ ਅੰਦਰ ਜ਼ਿਕਰ ਕਰਦੇ ਆ, ਇਹ ਆਖਦੇ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ, ਕਿ ਸਾਡੇ ਉਹ ਲਫ਼ਜ਼ ਸੁਣਦਿਆਂ ਸਾਡਾ ਉਹਦੇ ਨਾਲ ਪ੍ਰੇਮ ਬਣ ਜਾਏ। ਜਦੋਂ ਉਹ ਲਫ਼ਜ਼ ਸੁਣੇ ਉਦੋਂ ਸਾਡੇ ਨਾਲ ਪ੍ਰੇਮ ਬਣ ਜਾਏ, ਕਿਉਂਕਿ ਸ਼ਬਦਾਵਲੀ ਬੋਲਿਆ ਹੋਇਆ ਜ਼ੁਬਾਨ ਉੱਪਰਲਾ ਲਫ਼ਜ਼ ਪ੍ਰੇਮ ਵੀ ਬਣਾਉਂਦਾ ਹੈ, ਜ਼ੁਬਾਨ ਉਤੋਂ ਲਫ਼ਜ਼ ਵਰਤਿਆ ਹੋਇਆ ਲਫ਼ਜ਼ ਝਗੜੇ ਵੀ ਖੜੇ ਕਰਦਾ, ਝਮੇਲੇ ਵੀ ਖੜੇ ਕਰਦਾ ਹੈ, ਔਰ ਜ਼ੁਬਾਨ ਉਤੋਂ ਵਰਤਿਆ ਹੋਇਆ ਸ਼ਬਦ ਦੁਸ਼ਮਣੀ ਖਤਮ ਵੀ ਕਰਕੇ ਮਿੱਤਰਤਾ ਬਣਾ ਦਿੰਦਾ ਹੈ, ਔਰ ਇੱਕ ਜ਼ੁਬਾਨ ਉੱਪਰੋਂ ਲਫ਼ਜ਼ ਵਰਤੇ ਹੋਏ ਹੀ ਭਾਵੇਂ ਕਿੰਨੇ ਚਿਰ ਮਰਜੀ ਸਮੇਂ ਦੀ ਮਿੱਤਰਤਾ ਹੋਵੇ, ਉਹਨੂੰ ਖਿਣ ਪਲ ਮਾਤਰ ਸਮੇਂ ਦੇ ਅੰਦਰ ਵੈਰ ਦੇ ਵਿੱਚ ਤਬਦੀਲ ਕਰ ਦਿੰਦੇ, ਕੇਵਲ ਜ਼ੁਬਾਨ ਤੋਂ ਨਿਕਲਿਆ ਇੱਕ ਇੱਕ ਲਫ਼ਜ਼। ਇਸੇ ਕਰਕੇ ਤੇ ਸਤਿਗੁਰੂ ਜੀ ਨੇ ਜਦੋਂ ਬਾਣੀ 'ਚ ਜ਼ਿਕਰ ਕੀਤਾ ਨਾ, ਤੇ ਮਾਲਕ ਜੀ ਸਾਨੂੰ ਆਖਦੇ ਕਿ ਸਾਡਾ ਪਰਮੇਸ਼ਵਰ, ਸਾਡਾ ਮਾਲਕ ਆਪਣੀ ਜ਼ੁਬਾਨ ਤੋਂ ਮਿੱਠਾ ਬੋਲਦਾ ਹੈ, ਤੇ ਜੇ ਉਹ ਪਰਮੇਸ਼ਵਰ ਮਿੱਠ ਬੋਲੜਾ ਹੈ ਤੇ ਉਹਦੇ ਪਿਆਰੇ ਵੀ ਮਿੱਠ ਬੋਲੜੇ ਹੀ ਨੇ, ਜਿਹੜੇ ਆਪਣੀ ਜ਼ੁਬਾਨ ਤੋਂ ਬੋਲਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਆਪਣਾ, ਪਿਆਰ ਆਪਣਾ ਬਣਾਉਂਦੇ ਨੇ। ਔਰ ਹਮੇਸ਼ਾ ਅਸੀਂ ਆਪਣੀ ਜ਼ੁਬਾਨ ਤੋਂ, ਆਪਣੀ ਰਸਨਾ ਤੋਂ ਜਦੋਂ ਬੋਲਣਾ ਤੇ ਉਦੋਂ ਕੇਵਲ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਵਡਿਆਈ ਤੇ ਸ਼ੋਭਾ ਹੀ ਸਾਡੀ ਜ਼ੁਬਾਨ ਤੋਂ ਉਚਾਰੀ ਜਾਵੇ। ਇਸੇ ਕਰਕੇ ਸਤਿਗੁਰੂ ਜੀ ਨੇ ਜ਼ਿਕਰ ਕਰਦਿਆਂ ਬਾਣੀ ਵਿੱਚ ਆਖਿਆ ਸੀ ਕਿ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਜਦੋਂ ਬੋਲਣਾ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਨਾਮ ਨੂੰ ਹੀ ਅਸੀਂ ਭਣਨਾ ਹੈ। ਤੇ ਜਿਹੜੀ ਜ਼ੁਬਾਨ ਰੱਬ ਜੀ ਨੂੰ ਨਹੀਂ ਭਣਦੀ, ਜਿਹੜੀ ਜ਼ੁਬਾਨ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸ਼ੋਭਾ ਨਹੀਂ ਕਰਦੀ, ਸਤਿਗੁਰੂ ਕਹਿੰਦੇ ਬਾਣੀ ਦੇ ਰਾਹੀਂ, ਮਾਲਕ ਕਹਿੰਦੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਉਹ ਜ਼ੁਬਾਨ ਤੇ ਨਿੱਕੇ ਨਿੱਕੇ ਟੁਕੜੇ ਕਰਕੇ ਵੱਢ ਦੇਣੀ ਚਾਹੀਦੀ ਹੈ, ਜਿਹੜੀ ਜ਼ੁਬਾਨ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸ਼ੋਭਾ ਨੂੰ ਇਨਕਾਰੀ ਹੈ, ਜਿਹੜੀ ਜ਼ੁਬਾਨ ਰੱਬ ਜੀ ਦੀ ਵਡਿਆਈ ਕਰਨ ਤੋਂ ਇਨਕਾਰੀ ਹੋ ਜਾਂਦੀ ਹੈ। ਸੇ ਨੇਤਰ ਪਰਵਾਣ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲਿਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿਨ ਸੰਗ ਪਛਾਣਾ ਜਿਉ। ਇੱਕ ਪਾਵਨ ਬਚਨ ਆਪਾਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਾਂਝਾ ਕਰਦੇ ਚੱਲੀਏ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ, ਕਰਨ ਨਾ ਸੁਨਹੀ ਨਾਦ ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਬਿਸਰੈ ਗੋਬਿੰਦ ਰਾਏ, ਦਿਨੋਂ ਦਿਨ ਘਟੀਐ। ਨੇਤਰਾਂ ਦੇ ਨਾਲ ਸਤਿਗੁਰੂ ਜੀ ਦਰਸ਼ਨ ਕਰਨ ਵਾਸਤੇ ਆਖਦੇ ਅਕਾਲ ਪੁਰਖ ਪਰਮੇਸ਼ਵਰ ਜੀ ਕਾ, ਕਹਿੰਦੇ ਜਿਨ੍ਹਾਂ ਨੇਤਰਾਂ ਨੇ ਤੇ ਰੱਬ ਜੀ ਦੇ ਦਰਸ਼ਨ ਕਰ ਲਏ, ਜਿਨ੍ਹਾਂ ਨੇਤਰਾਂ ਨੇ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਦੀਦਾਰ ਕੀਤਾ, ਉਹ ਨੇਤਰ ਪ੍ਰਵਾਨ ਹੋ ਗਏ, ਕਬੂਲੇ ਗਏ। ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਜ਼ਿਕਰ ਕੀਤਾ ਨਾ, ਮਾਲਕ ਕਹਿੰਦੇ ਜਿਹੜੇ ਮੇਰੇ ਨੇਤਰ ਸੀ ਨਾ, ਇਹ ਨੇਤਰ ਅੰਧ ਸੇ, ਅੰਨੇ ਸੀ ਇਹ ਨੇਤਰ, ਇਹਨਾਂ ਤੋਂ ਕੁਝ ਚੰਗਾ ਨਹੀਂ ਸੀ ਦਿਸਦਾ। ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਏ। ਜਦੋਂ ਗੁਰੂ ਜੀ ਨੂੰ ਮਿਲੇ ਨਾ, ਗੁਰੂ ਦਾ ਮਿਲਾਪ ਹੋਇਆ, ਜਾਂ ਇਉਂ ਕਹਿ ਲਓ
ਨੇਤਰਾਂ ਨੇ ਜਦੋਂ ਗੁਰੂ ਉਪਦੇਸ਼ ਧਾਰਨ ਕਰ ਲਿਆ, ਇਹਨੂੰ ਸੌਖੇ ਰੂਪ ਚ ਕਵਾਂਗੇ, ਜਿਸ ਦਿਨ ਮਨ ਗੁਰੂ ਉਪਦੇਸ਼ ਦਾ ਧਾਰਨੀ ਬਣਿਆ, ਉਸ ਦਿਨ ਨੇਤਰਾਂ ਤੋਂ ਮੰਦਾ ਵੇਖਣਾ ਛੱਡ ਗਿਆ, ਅੰਨਾ ਹੋ ਗਿਆ ਉਸ ਦਿਨ ਤੋਂ ਮੰਦਾ ਵੇਖਣ ਤੋਂ। ਤੇ ਇਹੀ ਨੇਤਰ ਦਿਵਯ ਦ੍ਰਿਸ਼ਟੀ ਦੇ ਪਾਤਰ ਬਣ ਗਏ, ਜਿਨ੍ਹਾਂ ਦੀ ਆਰੰਭਤਾ ਕਰਦਿਆਂ ਬਾਪੂ ਜੀ ਨੇ ਨੇਤਰਾਂ ਨੂੰ ਸੰਬੋਧਨ ਕੀਤਾ, ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਭਾਈ ਨੇਤਰੋ, ਇਹ ਸਾਰੇ ਦਾ ਸਾਰਾ ਸਮਾਜ ਜਿਹੜਾ ਨਾ, ਸੰਸਾਰ ਜਿਹੜਾ ਗਰੀਬ ਪਰਮੇਸ਼ਵਰ ਦਾ ਰੂਪ ਹੈ, ਤੇ ਤੁਸੀਂ ਨਿਤਾ ਪ੍ਰਤੀ ਪਰਮੇਸ਼ਵਰ ਦੇ ਦਰਸ਼ਨ ਤੇ ਪਰਮੇਸ਼ਵਰ ਦੇ ਦੀਦਾਰ ਕਰਦੇ ਰਹੋ। ਔਰ ਇਹ ਨੇਤਰਾਂ ਨੂੰ ਨਾ ਸੰਬੋਧਨ ਕਰਕੇ ਭਾਈ ਗੁਰਦਾਸ ਜੀ ਨੇ ਜਦੋਂ ਆਖਿਆ, ਉਹਨਾਂ ਜ਼ਿਕਰ ਕੀਤਾ ਵੀ ਨੇਤਰੋ, ਹੇ ਅੱਖੀਓ, ਜੇ ਤੁਸੀਂ ਵੇਖਣਾ ਹੈ ਅਕਾਲ ਪੁਰਖ ਪਰਮੇਸ਼ਵਰ ਨੂੰ ਵੇਖੋ। ਇਹ ਸਾਰੇ ਦਾ ਸਾਰਾ ਸਮਾਜ ਸਿਰਜਿਆ ਹੋਇਆ ਉਸੇ ਪਰਮੇਸ਼ਵਰ ਦਾ ਰੂਪ ਹੈ, ਤੇ ਇਸ ਸਮਾਜ ਦੇ ਵਿੱਚੋਂ ਕੱਲੇ ਕੱਲੇ ਕਣ ਦੇ ਵਿੱਚੋਂ ਸਾਨੂੰ ਪਰਮੇਸ਼ਵਰ ਨਜ਼ਰੀ ਪਵੇ। ਪਰ ਜਦੋਂ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਨੂੰ ਪੜ੍ਹਿਆ, ਤੇ ਮਾਲਕ ਪਾਤਸ਼ਾਹ ਜੀ ਉਦੋਂ ਜ਼ਿਕਰ ਕਰਦੇ ਆ, ਸਾਨੂੰ ਸਮਝਾਉਂਦੇ, ਆਹ ਅੱਖਾਂ, ਆਹ ਨੇਤਰ ਜਿਹੜੇ ਨੇ, ਜਦੋਂ ਅਸੀਂ ਆਪਣੀ ਸੁਰਤ ਦੇ ਨੇਤਰਾਂ ਨਾਲ ਵੇਖਾਂਗੇ ਤੇ ਫਿਰ ਕਿਤੇ ਜਾ ਕੇ ਅਕਾਲ ਪੁਰਖ ਜੀ ਦਾ ਦਰਸ਼ਨ ਤੇ ਦੀਦਾਰ ਹੁੰਦਾ। ਇਹਨਾਂ ਨੇਤਰਾਂ ਦੇ ਨਾਲ ਅਸੀਂ ਸੰਸਾਰ ਤੇ ਵੇਖਦੇ ਹਾਂ, ਇਹਨਾਂ ਨੇਤਰਾਂ ਦੇ ਨਾਲ ਅਸੀਂ ਸਮਾਜ ਤੇ ਵੇਖਦੇ ਹਾਂ। ਪਰ ਖਿਆਲ ਰੱਖੀਏ, ਜਿੰਨਾ ਚਿਰ ਅਸੀਂ ਮਨ ਕਰਕੇ, ਸੁਰਤਾਂ ਕਰਕੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਲ ਪ੍ਰੇਮ ਨਹੀਂ ਬਣਾ ਲੈਂਦੇ, ਜਾਂ ਮਨ ਕਰਕੇ ਅਸੀਂ ਗੁਰੂ ਉਪਦੇਸ਼ ਦੇ ਧਾਰਨੀ ਨਹੀਂ ਬਣ ਜਾਂਦੇ, ਉਹਨਾਂ ਚਿਰ ਸਾਡੀਆਂ ਸੁਰਤ ਦੀਆਂ ਅੱਖਾਂ, ਸੁਰਤ ਦੇ ਨੇਤਰਾਂ ਦੇ ਨਾਲ ਅਸੀਂ ਰੱਬ ਜੀ ਕੇ ਦਰਸ਼ਨ ਵੀ ਨਹੀਂ ਕਰ ਸਕਦੇ। ਸੁਰਤ ਟਿਕੇਗੀ, ਦੀਦਾਰ ਹੋਣਗੇ, ਅੱਖਾਂ ਦੇਖਣਗੀਆਂ ਅਕਾਲ ਪੁਰਖ ਪਰਮੇਸ਼ਵਰ ਨੂੰ, ਨਹੀਂ ਤੇ ਤੁਰਿਆਂ ਜਾਂਦੇ ਹਾਂ। ਜੇ ਅਸੀਂ ਕਹੀਏ ਜਿਹੜੀ ਵਸਤੂ ਟਿਕੀ ਨਹੀਂ ਹੈ, ਅੱਖਾਂ ਨੂੰ ਵੇਖਣ ਦੇ ਅੰਦਰ ਤਕਲੀਫ ਹੈ, ਜੇ ਅੱਖਾਂ ਵੀ ਨਹੀਂ ਟਿਕੀਆਂ ਤੇ ਉਹ ਵਸਤੂ ਨੂੰ ਵੇਖਣ ਭਾਵੇਂ ਲੱਖ ਟਿਕੀ ਹੋਵੇ ਵਸਤੂ, ਪਰ ਜੇ ਅੱਖਾਂ ਨਹੀਂ ਟਿਕੀਆਂ ਤੇ ਵਸਤੂ ਵੇਖਣ ਵਿੱਚ ਫਿਰ ਵੀ ਤਕਲੀਫ ਹੈ। ਉਹ ਅਕਾਲ ਪੁਰਖ ਪਰਮੇਸ਼ਵਰ ਸਾਰੀਆਂ ਥਾਵਾਂ ਉੱਤੇ ਵਸਿਆ, ਪਰ ਸਾਡੇ ਨੇਤਰ ਜਿਹੜੇ ਉਹ ਇੱਕ ਥਾਂ ਤੇ ਟਿਕੇ ਨਹੀਂ। ਇਹਨਾਂ ਨੇਤਰਾਂ ਦੀ ਦ੍ਰਿਸ਼ਟੀ ਭਲੀ ਨਹੀਂ ਹੈ, ਇਹ ਨੇਤਰਾਂ ਦਾ ਵੇਖਣਾ ਭਲਾ ਨਹੀਂ ਹੈ, ਇਹਨਾਂ ਦੀ ਨਜ਼ਰ ਚੰਗੀ ਨਹੀਂ ਹੈ। ਮਾਲਕ ਪਾਤਸ਼ਾਹ ਇਸੇ ਕਰਕੇ ਸੰਬੋਧਨ ਕਰਕੇ ਕਹਿੰਦੇ, ਨੇਤਰ ਉਹ ਪ੍ਰਵਾਨ ਨੇ ਜਿਹੜੇ ਨੇਤਰ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਦਰਸ਼ਨ ਤੇ ਦੀਦਾਰ ਕਰਦੇ। ਜਿਨ੍ਹਾਂ ਨੇਤਰਾਂ ਨੇ ਰੱਬ ਜੀ ਨੂੰ ਵੇਖਿਆ, ਰੱਬੀ ਰੂਪ ਨਿਹਾਲਿਆ, ਉਹਨਾਂ ਨੇ ਹੀ ਇਸ ਸੰਸਾਰ ਉੱਤੇ, ਸਮਾਜ ਉੱਤੇ ਪ੍ਰਵਾਨਗੀ ਹਾਸਲ ਕੀਤੀ। ਫਿਰ ਬਾਪੂ ਜੀ ਨਾਲ ਕਹਿੰਦੇ, ਸੇ ਕਰ ਭਲੇ ਉਹ ਹੱਥ ਚੰਗੇ ਨੇ, ਜਿੰਨੀ ਹਰ ਜਸ ਲੇਖਾ। ਹੁਣ ਲਿਖਦੇ ਤੇ ਬਹੁਤ ਕੁਝ ਨੇ, ਅਸੀਂ ਆਪਣੇ ਜਿਵੇਂ ਜ਼ੁਬਾਨ ਤੋਂ ਬੜਾ ਕੁਝ ਬੋਲਦੇ ਆ ਨਾ ਸਾਰਾ ਦਿਨ, ਉਦਾਂ ਹੀ ਹੱਥਾਂ ਨਾਲ ਅਸੀਂ ਸਾਰਾ ਦਿਨ ਲਿਖਦੇ ਵੀ ਬਹੁਤ ਕੁਝ ਆ, ਪਰ ਲਿਖਿਆ ਕਿਹੜਾ ਪ੍ਰਵਾਨਿਆ ਜਾਂਦਾ, ਜਾਂ ਹੱਥ ਕਿਹੜੇ ਪ੍ਰਵਾਨੇ ਜਾਣਗੇ। ਜਦੋਂ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕੀਤਾ ਤੇ ਮੱਲ ਕਹਿੰਦੇ ਹੱਥ ਉਹ ਪ੍ਰਵਾਨੇ ਜਾਂਦੇ ਨੇ ਜਿਹੜੇ ਹੱਥ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਚਰਨਾਂ ਨਾਲ ਲੱਗਦੇ, ਸਤਿਗੁਰੂ ਜੀ ਕੇ ਚਰਨ ਸਪਰਸ਼ ਕਰਦੇ। ਹੱਥ ਉਹ ਪ੍ਰਵਾਨੇ ਜਾਂਦੇ ਨੇ ਜਿਹੜੇ ਗੁਰੂ ਕੀ ਸੇਵਾ ਦੇ ਵਿੱਚ ਲੱਗਦੇ ਨੇ। ਭਾਈ ਗੁਰਦਾਸ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ, ਤ੍ਰਿਗ ਨੇ ਉਹ ਹੱਥ, ਤ੍ਰਿਗ ਨੇ ਉਹ ਪੈਰ, ਜਿਹੜੇ ਨਾ ਤੇ ਕਦੇ ਗੁਰੂ ਕੀ ਸੇਵਾ ਵਿੱਚ ਲੱਗੇ, ਨਾ ਹੀ ਜਿਨ੍ਹਾਂ ਨੇ ਕਦੇ ਗੁਰੂ ਕੇ ਚਰਨਾਂ ਨੂੰ ਸਪਰਸ਼ ਕੀਤਾ। ਉਹ ਹੱਥ ਤ੍ਰਿਕਾਰ ਜੋਗ, ਫਿਟਕਾਰ ਜੋਗ, ਮਤਲਬ ਹੱਥ ਪ੍ਰਵਾਨੇ ਉਹ ਗਏ ਜਿਨ੍ਹਾਂ ਨੇ ਹਰੀ ਪ੍ਰਮਾਤਮਾ ਦੇ ਜਸ ਨੂੰ ਲਿਖਿਆ, ਰੱਬੀ ਵਡਿਆਈ ਨੂੰ ਲਿਖਿਆ, ਜਾਂ ਇਉਂ ਕਹਿ ਲੋ ਜਿਹੜੇ ਹੱਥ, ਜਿਹੜੇ ਕਰ ਗੁਰੂ ਕੀ ਸੇਵਾ ਵਿੱਚ ਲੱਗ ਗਏ, ਉਹ ਕਰ ਪ੍ਰਵਾਨੇ ਗਏ। ਫਿਰ ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਉਹ ਚਰਨ ਸੋਹਣੇ ਨੇ, ਸੁਹਾਵੇ ਨੇ, ਜਿਹੜੇ ਚਰਨ ਹਰੀ ਪ੍ਰਮਾਤਮਾ ਜੀ ਕੇ ਮਾਰਗ ਉੱਤੇ ਚੱਲਦੇ ਨੇ। ਕਹਿੰਦੇ ਹਾਉ ਬਲ ਤਿੰਨ ਸੰਗ ਪਛਾਣਾ ਜੀਓ, ਮੈਂ ਉਹਨਾਂ ਤੋਂ ਕੁਰਬਾਨ ਜਾਣਾ ਹਾਂ,
ਤੇ ਉਹਨਾਂ ਦੇ ਨਾਲ ਮਿਲ ਕੇ ਮੇਰੀ ਵੀ ਸਾਂਝ ਅਕਾਲ ਪੁਰਖ ਪਰਮੇਸ਼ਵਰ ਹਰੀ ਜੀ ਨਾਲ ਬਣ ਗਈ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਦਾਰੇ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜਿਉ। ਸਾਧ ਸੰਗ ਨੇ ਇੱਕ ਖਿਨ ਮਾਤਰ ਸਮੇਂ ਵਿੱਚ ਉਧਾਰ ਕੀਤਾ। ਸੁਣ ਸਾਜਣ, ਹੇ ਮੇਰੇ ਸਾਜਣ ਸੁਣ, ਮੇਰੇ ਮੀਤ ਪਿਆਰੇ, ਹੇ ਮੇਰੇ ਪਿਆਰੇ ਮਿੱਤਰ। ਸਾਧ ਸੰਗ, ਗੁਰੂ ਕਾ ਸੰਗ, ਰੱਬੀ ਪਿਆਰਿਆਂ ਦਾ ਸੰਗ। ਖਿਨ ਮਾਹੇ ਉਧਾਰੇ, ਇੱਕ ਅੱਖ ਚਮਕਣ ਜਿੰਨੇ ਸਮੇਂ ਦੇ ਵਿੱਚ ਉਧਾਰ ਕਰ ਦਿੰਦਾ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਨ ਦੀ ਨਿਰਮਲਤਾਈ ਤੇ ਪਾਪਾਂ ਨੂੰ ਦੂਰ ਕਰਕੇ ਹੀ ਹੈ। ਕਿਲ ਵਿਖ ਕਾਟ, ਜਦੋਂ ਸੰਗਤ ਵਿੱਚ ਬੈਠੇ ਤੇ ਕੀ ਹੋਇਆ? ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਨਿਰਮਲ ਹੋਏ ਕਰ ਇਸ਼ਨਾਨਾ, ਗੁਰ ਪੂਰੇ ਕੀਨੇ ਦਾਨਾ। ਨਿਰਮਲਤਾ ਹੀ ਆ ਗਈ, ਕਿਲ ਵਿਖ ਕੱਟੇ ਗਏ। ਕਿਲ ਵਿਖ ਕਾਟ ਹੋਵਾ ਮਨ ਨਿਰਮਲ, ਮਨ ਕੀ ਹੋ ਗਿਆ? ਨਿਰਮਲ ਹੋ ਗਿਆ। ਜਿਹੜਾ ਮਨ ਗੁਰੂ ਉਪਦੇਸ਼, ਵੇਖੋ ਸਤਿਗੁਰੂ ਜੀ ਨੇ ਬਾਣੀ 'ਚ ਜਦੋਂ ਜ਼ਿਕਰ ਕੀਤਾ ਨਾ, ਤੇ ਮਾਲਕ ਪਾਤਸ਼ਾਹ ਜੀ ਨੇ ਮਨ ਦੀਆਂ ਦੋਵੇਂ ਅਵਸਥਾਵਾਂ ਦਾ ਜ਼ਿਕਰ ਕੀਤਾ। ਜਿਹੜਾ ਤੇ ਮਨ ਸੱਚ ਦੀ ਸੰਭਾਲ ਕਰਦਾ, ਸਤਿਗੁਰੂ ਉਹਨੂੰ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਾਹੀਂ ਤੇਰੇ ਨਾਲੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ, ਕਿਉਂ ਚਿਤ ਲਾਈਐ ਐਸਾ ਕੰਮ। ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਮਨ ਨੂੰ ਸੰਬੋਧਨ ਕੀਤਾ, ਮਨਾ ਸੱਚ ਦੀ ਸੰਭਾਲ ਕਰ। ਫਿਰ ਦੂਜੇ ਪਾਸੇ ਜਿਹੜਾ ਮਨ ਤੇ ਸੱਚ ਦੀ ਸੰਭਾਲ ਕਰਦਾ ਉਹਨੂੰ ਕਹਿੰਦੇ ਤੂੰ ਬੜਾ ਪਿਆਰਾ ਹੈ। ਤੇ ਇੱਕ ਪਾਸੇ ਸਾਹਿਬ ਕਹਿੰਦੇ ਇਹ ਮਨ ਚੰਚਲਾ, ਤੂੰ ਚਲਾਕ ਵੀ ਬੜਾ ਹੈ। ਚਤੁਰਾਈ ਕਿਨੇ ਨਾ ਪਾਇਆ। ਤੇ ਮੇਰੀ ਗੱਲ ਧਿਆਨ ਨਾਲ ਸੁਣੀ, ਜਿਹੜੀਆਂ ਚਲਾਕੀਆਂ ਤੂੰ ਕਰਦਾ ਨਾ, ਇਦਾਂ ਕਦੇ ਰੱਬ ਨਹੀਂ ਮਿਲਿਆ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ। ਸੁਣ ਮਨ ਮੇਰਿਆ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ। ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤਿਸੈ ਵਿਟੋਂ ਜਿਨ ਮੋਹ ਮੀਠਾ ਲਾਇਆ। ਕਹੇ ਨਾਨਕ ਮਨ ਚੰਚਲ, ਚਤੁਰਾਈ ਕਿਨੇ ਨਾ ਪਾਇਆ। ਗੱਲ ਤੇ ਮਨ ਦੀ ਨਿਰਮਲਤਾਈ ਦੀ ਹੈ। ਜਿਹੜਾ ਮਨ ਨਿਰਮਲ ਹੋ ਗਿਆ, ਕਿਲ ਵਿਖ ਕੱਟੇ ਗਏ। ਕਿਲ ਵਿਖ ਕੱਟੇ ਜਾਣ ਦੇ ਨਾਲ ਮਨ ਨੂੰ ਮਿਲ ਗਈ ਨਿਰਮਲਤਾਈ। ਮਨ ਸਾਫ਼ ਤੇ ਸੁਥਰਾ ਹੋ ਗਿਆ। ਜਦੋਂ ਮਨ ਸਾਫ਼ ਸੁਥਰਾ ਹੋਇਆ ਤੇ ਸਾਹਿਬ ਕਹਿੰਦੇ ਉਦੋਂ ਫਿਰ ਕੀ ਹੁੰਦਾ? ਮਿਟ ਗਏ ਆਵਣ ਜਾਣਾ ਜੀਓ। ਫਿਰ ਮਨੁੱਖ ਦਾ ਆਉਣਾ ਤੇ ਜਾਣਾ ਮਿਟ ਜਾਂਦਾ। ਜਾਂ ਇਉਂ ਕਹਿ ਲੋ ਕਿ ਜਿਹੜਾ ਮਨ ਨਿਤਾ ਪ੍ਰਤੀ ਕਬਹੂ ਜੀੜਾ ਊਬ ਚੜਤ ਹੈ ਕਬਹੂ ਜਾਏ ਪਿਆਲੇ। ਉਹ ਜਿਹੜਾ ਜੀੜਾ ਸੀ ਨਾ, ਜਿਹੜਾ ਕਦੇ ਤੇ ਬੜਾ ਉੱਚਾ ਚਲੇ ਜਾਂਦਾ ਸੀ ਤੇ ਕਦੇ ਪਾਤਾਲ ਵਿੱਚ ਚਲੇ ਜਾਂਦਾ, ਪਾਤਾਲ ਤੋਂ ਵੀ ਹੇਠਾਂ ਚਲੇ ਜਾਂਦਾ, ਉਹੀ ਜੀੜਾ ਇੱਕ ਥਾਂ ਉੱਤੇ ਸਥਿਰ ਹੋ ਗਿਆ। ਜਿਹੜਾ ਜੀ ਕਦੇ ਕਿਸੇ ਤਰ੍ਹਾਂ ਦੀ ਸੁਰਤ ਵਿੱਚ ਭਟਕਾਉਂਦਾ ਸੀ ਤੇ ਕਦੇ ਕਿਸੇ ਤਰ੍ਹਾਂ ਦੀ ਜੂਨ ਵਿੱਚ ਭਟਕਾਉਂਦਾ ਸੀ, ਉਹ ਜੀ ਹੁਣ ਕੀ ਹੋਇਆ? ਆਉਣ ਜਾਣ ਤੋਂ ਛੁੱਟ ਗਿਆ। ਉਹਦਾ ਆਉਣਾ ਜਾਣਾ ਬਚ ਗਿਆ, ਕਿਉਂਕਿ ਇੱਕ ਥਾਂ ਉੱਤੇ ਇਕਾਗਰ ਹੋ ਗਿਆ, ਮਨ ਟਿਕ ਗਿਆ। ਜਿਸ ਦਿਨ ਦਾ ਮਨ ਟਿਕਿਆ ਉਦਣ ਦੀਆਂ ਜੂਨਾਂ ਤੋਂ ਵੀ ਛੁਟਕਾਰਾ ਹੋ ਗਿਆ। ਜਦੋਂ ਮਨ ਕਈ ਤਰ੍ਹਾਂ, ਕਿਉਂਕਿ ਅਕਸਰ ਅਸੀਂ ਮਰਨ ਤੋਂ ਬਾਅਦ ਦੀਆਂ ਗੱਲਾਂ ਕਰੀਏ, ਮਰਨ ਤੋਂ ਬਾਅਦ ਵਿੱਚ ਕੀ ਹੋਣਾ ਕੀ ਨਹੀਂ, ਇਹ ਬਾਤ ਇੱਕ ਵੱਖਰੀ ਹੈ, ਪੱਖ ਵੱਖਰਾ ਹੈ। ਮਰਨ ਤੋਂ ਬਾਅਦ ਕੀ ਹੋਏਗਾ ਅਸੀਂ ਇਸ ਗੱਲ ਤੋਂ ਅਣਜਾਣ ਆ। ਇਸ ਗੱਲ ਨੂੰ ਨਾ ਅਸੀਂ ਕਦੇ ਜਾਣ ਸਕਦੇ ਹਾਂ। ਪਰ ਜਦੋਂ ਜਿਉਂਦੇ ਜੀ ਅਸੀਂ ਬਾਤ ਕਰੀਏ ਤੇ ਮਨੁੱਖ ਦੀ ਸੁਰਤ ਕਈ ਜੂਨਾਂ ਵਿੱਚ ਭਟਕਦੀ ਹੈ। ਤੇ ਜਿਹੜੀ ਸੁਰਤ ਇਕਾਗਰ ਹੋਈ, ਜਿਹੜਾ ਮਨ ਗੁਰੂ ਉਪਦੇਸ਼ ਸਦਕਾ ਨਿਰਮਲ ਹੋਇਆ, ਮਾਲਕ ਪਾਤਸ਼ਾਹ ਕਹਿੰਦੇ ਉਹਦਾ ਆਉਣਾ ਤੇ ਜਾਣਾ ਚੁੱਕ ਜਾਂਦਾ ਹੈ, ਆਉਣਾ ਜਾਣਾ ਮੁੱਕ ਜਾਂਦਾ ਹੈ। ਭਾਵ ਉਹਨੂੰ ਵੱਖਰੀਆਂ ਵੱਖਰੀਆਂ ਜੂਨਾਂ ਦੇ ਅੰਦਰ ਨਹੀਂ ਭਟਕਣਾ ਪੈਂਦਾ। ਉਹ ਲੋਭ ਦੀ ਬਿਰਤੀ ਤੋਂ, ਕੂਕਰ ਵਾਲੀ ਬਿਰਤੀ ਤੋਂ ਮੁਕਤ ਹੋ ਜਾਂਦਾ ਹੈ।
ਉਹ ਹੋਰ ਸਾਰੇ ਤਰ੍ਹਾਂ ਦੀਆਂ ਬਿਰਤੀਆਂ ਤੋਂ ਮੁਕਤ ਹੋ ਜਾਂਦਾ, ਉਹਦਾ ਆਉਣਾ ਤੇ ਜਾਣਾ ਬਚ ਜਾਂਦਾ। ਉਹ ਮਾਨੋ ਆਪਣੇ ਜੀਵਨ ਨੂੰ ਇੱਕ ਥਾਂ ਉੱਤੇ ਸਥਿਰ ਹੋ ਕੇ ਇੱਕ ਜਗ੍ਹਾ ਉੱਤੇ ਟਿਕ ਕੇ ਤੇ ਆਪਣੇ ਜੀਵਨ ਨੂੰ ਸਫਲਿਆਂ ਕਰ ਲੈਂਦਾ। ਜਿੱਥੇ ਆਪਾਂ ਅੱਜ ਇਸ ਪਾਵਨ ਸ਼ਬਦ ਨੂੰ ਵਿਚਾਰ ਰਹੇ ਹਾਂ, ਉੱਥੇ ਨਾਲ ਨਾਲ ਉਹਨਾਂ ਸ਼ਹੀਦਾਂ ਦੀ ਦਾਸਤਾਨ ਨੂੰ ਵੀ ਸਾਂਝੀਆਂ ਕਰਦੇ ਚੱਲੀਏ, ਜਿਨ੍ਹਾਂ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਪਾਉਂਟਾ ਸਾਹਿਬ ਦੇ ਅਸਥਾਨ ਦੀ ਪਵਿੱਤਰਤਾ ਨੂੰ, ਉਹਦੀ ਪਾਕਤਾ ਨੂੰ ਸਾਬਤ ਰੱਖਣ ਵਾਸਤੇ, ਸਲਾਮਤ ਰੱਖਣ ਵਾਸਤੇ ਆਪਣਾ ਆਪਾ ਗੁਰੂ ਕਿਆਂ ਸਿੱਖਾਂ ਨੇ ਸਤਿਗੁਰੂ ਤੋਂ ਵਾਰਿਆ। ਖਿਆਲ ਕਰੀਏ, ਸਭ ਤੋਂ ਪਹਿਲਾਂ ਜਦੋਂ ਗੁਰੂ ਘਰਾਂ ਦੇ ਪ੍ਰਬੰਧ ਦੀ ਬਾਤ ਆਉਂਦੀ ਹੈ, ਸੇਵਾ ਸੰਭਾਲ ਦੀ ਬਾਤ ਆਉਂਦੀ, ਸਤਿਗੁਰੂ ਪਾਤਸ਼ਾਹ ਜੀ ਦੇ ਵੇਲੇ ਤੋਂ ਗੁਰੂ ਘਰਾਂ ਦੀ ਜਿਹੜੀ ਸਾਂਭ ਸੰਭਾਲ ਹੈ ਉਹ ਮਹੰਤਾਂ ਤੇ ਮਸੰਦਾਂ ਨੇ ਸੰਭਾਲੀ। ਇਹਦੇ 'ਚ ਕੋਈ ਅਤਕਥਨੀ ਨਹੀਂ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਔਰ ਉਹ ਮਸੰਦ ਪ੍ਰਥਾ ਚੱਲਦਿਆਂ ਚੱਲਦਿਆਂ ਗੁਰੂ ਕਲਗੀਧਰ ਸਾਹਿਬ ਤੱਕ ਪਹੁੰਚਦੀ। ਉਹ ਜਿੰਨੇ ਮਸੰਦ ਗੁਰੂ ਸਾਹਿਬ ਨੇ ਥਾਪੇ ਸੀ, ਉਹ ਸਾਰੇ ਦੇ ਸਾਰੇ ਕੀ ਕਰਦੇ ਨੇ, ਵੱਖ-ਵੱਖ ਇਲਾਕਿਆਂ ਵਿੱਚ ਧਰਮਸ਼ਾਲਾਵਾਂ ਤੇ ਜਾ ਕੇ ਬਹਿੰਦੇ ਨੇ। ਧਰਮਸ਼ਾਲਾ ਵਿੱਚ ਜਾ ਕੇ ਜਦੋਂ ਬੈਠਦੇ, ਸੰਗਤ ਚੱਲ ਕੇ ਆਉਂਦੀ, ਗੁਰਬਾਣੀ ਦਾ ਉਪਦੇਸ਼ ਦਿੰਦੇ। ਸੌਖੇ ਲਫ਼ਜ਼ਾਂ 'ਚ ਕਹਿ ਲਈਏ, ਧਰਮਸ਼ਾਲਾ ਦਾ ਸਾਰਾ ਪ੍ਰਬੰਧ ਮਸੰਦਾਂ ਦੇ ਹੱਥ ਵਿੱਚ ਹੈ। ਹੌਲੀ ਹੌਲੀ ਉਹ ਮਸੰਦਾਂ ਦੇ ਜੀਵਨ ਵਿੱਚ ਗਿਰਾਵਟ ਆਈ ਤੇ ਗੁਰੂ ਕਲਗੀਧਰ ਸਾਹਿਬ ਜੀ ਨੇ ਉਹ ਮਸੰਦ ਪ੍ਰਥਾ ਦਾ ਅਖੀਰ ਕੀਤਾ, ਅੰਤ ਕੀਤਾ। ਪਰ ਜਿਵੇਂ ਜਿਵੇਂ ਮੁਸ਼ਕਲ ਭਰਿਆ ਸਮਾਂ ਸਿੱਖਾਂ ਨੇ ਆਪਣੇ ਤਨ ਉੱਤੇ ਹੰਢਾਇਆ, ਉਹ ਮੁਸ਼ਕਲ ਭਰੇ ਸਮੇਂ ਦੇ ਅੰਦਰ ਫਿਰ ਗੁਰੂ ਘਰਾਂ ਦੇ ਜਦੋਂ ਪ੍ਰਬੰਧਾਂ ਦੀ ਬਾਤ ਆਈ ਤੇ ਮਹੰਤ ਔਰ ਮਸੰਦ ਹੀ ਜਾ ਕੇ ਸੰਭਾਲਦੇ ਨੇ। ਉਹਨਾਂ ਸੰਭਾਲਿਆ। ਔਰ ਜਦੋਂ ਖਾਲਸੇ ਰਾਜ ਦੀ ਬਾਤ ਆਈ, ਖਾਲਸੇ ਰਾਜ ਵਕਤ ਵੀ ਉਸ ਗੁਰੂ ਘਰਾਂ ਦੇ ਪ੍ਰਬੰਧਾਂ ਨੂੰ ਮਹੰਤ ਔਰ ਮਸੰਦ, ਬਸ ਇੰਨਾ ਕਹਿ ਸਕਦੇ ਹਾਂ ਵੀ ਉਸ ਵਕਤ ਜਿਹੜੇ ਮਹੰਤ ਸਨ ਉਹ ਸਾਰੇ ਬੜੇ ਉੱਚੇ ਤੇ ਸੁੱਚੇ ਜੀਵਨਾਂ ਦੇ ਮਾਲਕ ਨੇ, ਜਿਨ੍ਹਾਂ ਨੇ ਗੁਰੂ ਘਰਾਂ ਦਾ ਪ੍ਰਬੰਧ ਬੜੇ ਸੁਚੱਜੇ ਢੰਗ ਨਾਲ ਸੰਭਾਲਿਆ। ਪਰ ਹੌਲੀ ਹੌਲੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਵੀ ਇਸ ਬਾਤ ਨੂੰ ਸਮਝ ਚੁੱਕੇ ਵੀ ਗੁਰੂ ਘਰਾਂ ਦੀ ਪਾਕਤਾ ਤੇ ਪਵਿੱਤਰਤਾ ਬੜੀ ਲਾਜ਼ਮੀ, ਬੜੀ ਜ਼ਰੂਰੀ ਹੈ, ਭਾਵੇਂ ਸਾਰਾ ਰਾਜ, ਸਾਰਾ ਪੰਜਾਬ ਦੀ ਧਰਤੀ ਦਾ ਰਾਜ, ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਤੋਂ ਖੌਫ ਖਾਂਦਾ ਹੈ, ਵੱਡੇ ਵੱਡੇ ਅੰਗਰੇਜ਼ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਖੌਫ ਖਾਂਦੇ, ਪਰ ਉਹਨਾਂ ਨੇ ਕਦੇ ਵੀ ਆਪਣੇ ਰਾਜ ਦਾ ਤੇਜ ਭਾਗ, ਜਿਹੜਾ ਆਪਣੇ ਰਾਜ ਦਾ ਤੇਜ ਔਰ ਪ੍ਰਤਾਪ, ਕਦੇ ਹਰਮੰਦਰ ਸਾਹਿਬ ਦੀ ਜੂਹ ਵਿੱਚ ਨਹੀਂ ਸੀ ਵਿਖਾਇਆ। ਸਗੋਂ ਇੱਥੋਂ ਤੱਕ ਜੇ ਕਿਤੇ ਖਾਲਸਾ ਪੰਥ ਨੇ ਦੋਸ਼ੀ ਕਰਾਰ ਦੇਣਾ ਤੇ ਮਹਾਰਾਜਾ ਰਣਜੀਤ ਸਿੰਘ ਖੁਦ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣੀ ਜੋ ਤਨਖਾਹ ਖਾਲਸੇ ਵੱਲੋਂ ਲਾਈ ਜਾਂਦੀ ਹੈ ਉਹਨੂੰ ਉਹ ਪ੍ਰਵਾਨਦੇ ਨੇ, ਉਹ ਕਬੂਲ ਕਰਦੇ ਨੇ। ਖੈਰ, ਤਰਨ ਤਾਰਨ ਸਾਹਿਬ ਦੀ ਧਰਤੀ ਦੇ ਉੱਤੇ ਵੀ ਗੁਰੂ ਘਰਾਂ ਦੀ ਬੇਅਦਬੀ ਹੋਈ। ਤਰਨ ਤਾਰਨ ਸਾਹਿਬ ਜੀ ਦੇ ਸਰੋਵਰ ਅੰਦਰ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਆਪਣੇ ਹਿਰਦਿਆਂ ਨੂੰ ਵਿਸ਼ਾਲ ਕਰਕੇ ਤੇ ਗੁਰੂ ਕੇ ਬੋਲਾਂ ਨੂੰ ਔਰ ਉਹ ਇਤਿਹਾਸ ਜਿਹੜਾ ਸਾਡਾ, ਉਹਨੂੰ ਕਦੇ ਵੀ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ, ਕਿਉਂਕਿ ਜਿਹੜਾ ਤਸ਼ੱਦਦ ਔਰ ਜਿਹੜਾ ਜ਼ੁਲਮ ਸਿੱਖਾਂ ਨੇ ਆਪਣੇ ਤਨਾਂ ਉੱਤੇ ਹੰਢਾਇਆ ਹੈ, ਬਸ ਉਸੇ ਜ਼ੁਲਮ ਨੇ, ਉਸੇ ਤਸ਼ੱਦਦ ਨੇ ਸਾਨੂੰ ਮਜਬੂਰ ਕੀਤਾ ਸੀ ਆਪਣੇ ਹੱਥਾਂ ਵਿੱਚ ਹਥਿਆਰ ਚੁੱਕ ਕੇ ਤੇ ਆਪਣੇ ਹੱਕਾਂ ਨੂੰ ਲੈਣ ਵਾਸਤੇ, ਆਪਣੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੰਭਾਲਣ ਵਾਸਤੇ, ਆਪਣੇ ਗੁਰੂ ਘਰਾਂ ਦੀ ਪਾਕਤਾ ਤੇ ਪਵਿੱਤਰਤਾ ਨੂੰ ਬਰਕਰਾਰ ਰੱਖਣ ਵਾਸਤੇ। ਕਿਉਂਕਿ ਤਰਨ ਤਾਰਨ ਸਾਹਿਬ ਦਾ ਸਰੋਵਰ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਨਾ, ਇਤਿਹਾਸ ਵੀ ਇਸ ਗੱਲ ਦੀ ਗਵਾਹੀ ਭਰਦਾ ਹੈ। ਤਰਨ ਤਾਰਨ ਸਾਹਿਬ ਸਰੋਵਰ ਦੀ ਬਣਤਰ ਜਿਹੜੀ, ਉਹ ਵੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਉਹ ਸਰੋਵਰ ਬਹੁਤ ਵੱਡਾ ਤੇ ਵਿਸ਼ਾਲ ਹੈ। ਉਦੋਂ ਵੀ ਜਦੋਂ ਤਰਨ ਤਾਰਨ ਸਾਹਿਬ ਦੀ ਧਰਤੀ ਉੱਤੇ ਮਹੰਤ ਕਾਬਜ ਬੈਠੇ ਨੇ ਜਾਂ ਸਰਕਾਰ ਉਸ ਵਕਤ ਕਾਬਜ ਬੈਠੀ ਹੈ, ਕਿਉਂਕਿ ਮਹੰਤਾਂ ਦੇ ਰੂਪ ਵਿੱਚ ਗੁਰੂ ਘਰਾਂ ਦਾ ਪ੍ਰਬੰਧ ਚਲਾਉਂਦੀ ਸਾਰਾ ਸਰਕਾਰ ਹੀ ਹੈ। ਔਰ ਉਹ ਤਰਨ ਤਾਰਨ ਸਾਹਿਬ ਅੰਦਰ ਬੈਠਾ ਜਿਹੜਾ ਮਹੰਤ ਹੈ, ਜਿਵੇਂ ਆਪਾਂ ਹਰਮੰਦਰ ਸਾਹਿਬ ਵਿੱਚ ਜ਼ਿਕਰ ਕਰਦੇ ਹਾਂ ਮਹੰਤ ਬੈਠਾ, ਨਨਕਾਣਾ ਸਾਹਿਬ ਦੀ ਧਰਤੀ ਉੱਤੇ ਮਹੰਤ ਬੈਠਾ, ਇਸੇ ਤਰ੍ਹਾਂ ਤਰਨ ਤਾਰਨ ਸਾਹਿਬ ਦੇ ਗੁਰੂ ਘਰ ਦੇ ਵਿੱਚ ਵੀ ਇੱਕ ਮਹੰਤ ਬੈਠਾ ਹੈ। ਤੇ ਉਹ ਕਰਦਾ ਕੀ ਹੈ,
ਉਹ ਨਿਤਾ ਪ੍ਰਤੀ ਸ਼ਰਾਬ ਦੀਆਂ ਬੋਤਲਾਂ ਲੈ ਕੇ ਤੇ ਉਹਨਾਂ ਨੂੰ ਅੰਮ੍ਰਿਤ ਸਰੋਵਰ ਵਿੱਚ ਸੁੱਟ ਕੇ ਨਾ ਤੇ ਉਹ ਸ਼ਰਾਬ ਦੀਆਂ ਬੋਤਲਾਂ ਠੰਡੀਆਂ ਕਰਨ ਵਾਸਤੇ ਉਹ ਸਰੋਵਰ ਵਿੱਚ ਰੱਖ ਦਿੰਦਾ। ਜਦੋਂ ਇਹ ਸਾਰੀ ਵਾਰਤਾ ਗੁਰੂ ਕੇ ਸਿੱਖਾਂ ਤੱਕ ਪਹੁੰਚਦੀ ਹੈ, ਸਿੱਖਾਂ ਨੇ ਵਿਰੋਧ ਕੀਤਾ ਔਰ ਵਿਰੋਧ ਦੇ ਵਜੋਂ ਗੁਰੂ ਕੇ ਸਿੱਖਾਂ ਨੂੰ ਫਿਰ ਤਸ਼ੱਦਦ ਸਹਿਣਾ ਪਿਆ। ਔਰ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਵਾਜ਼ ਚੁੱਕੀ ਉਹਨਾਂ ਨੂੰ ਤਰਨ ਤਾਰਨ ਸਾਹਿਬ ਦੀ ਧਰਤੀ ਉੱਤੇ ਨਮਸਕਾਰ ਕਰਨ ਗਿਆ ਹੀ ਉਹਨਾਂ ਨੂੰ ਜਿਹੜਾ ਸਰੀਰ ਉੱਤੇ ਹਮਲਾ ਕਰਕੇ ਵਾਰ ਕਰਕੇ ਤੇ ਉਸੇ ਥਾਂ ਉੱਤੇ ਸ਼ਹੀਦੀ ਜਾਮ ਪਿਆ ਦਿੱਤਾ ਜਾਂਦਾ ਹੈ। ਤਰਨ ਤਾਰਨ ਸਾਹਿਬ ਤੋਂ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਆਇਆ। ਇਸੇ ਤਰ੍ਹਾਂ ਨਨਕਾਣਾ ਸਾਹਿਬ ਦੀ ਧਰਤੀ ਤਰਨ ਤਾਰਨ ਸਾਹਿਬ ਦੇ ਸਾਕੇ ਤੋਂ ਤਕਰੀਬਨ 20 ਤੋਂ 21 ਦਿਨਾਂ ਦਾ ਫਰਕ ਸੀ ਕਿ ਸਾਕਾ ਨਨਕਾਣਾ ਸਾਹਿਬ ਵਰਤਦਾ। ਲਛਮਣ ਸਿੰਘ ਧਾਰੋਵਾਲ ਜੀ ਉਹਨਾਂ ਨੂੰ ਜੰਡ ਨਾਲ ਬੰਨ੍ਹ ਕੇ ਸਾੜਿਆ ਜਾਂਦਾ, ਉਹ ਪ੍ਰਬੰਧ ਵੀ ਗੁਰੂ ਕੇ ਸਿੱਖਾਂ ਦੇ ਹੱਥ ਵਿੱਚ ਆਇਆ। ਇਸ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਹੋਂਦ ਵਿੱਚ ਆਉਂਦੀ ਹੈ, ਜਿਨ੍ਹਾਂ ਨਾਲ ਸਿਰਫ ਸਭ ਤੋਂ ਵੱਡਾ ਮਕਸਦ ਇਹ ਸੀ ਵੀ ਗੁਰੂ ਘਰਾਂ ਦਾ ਪ੍ਰਬੰਧ ਸਿੱਖਾਂ ਦੇ ਹੱਥ ਵਿੱਚ ਆਵੇ ਤੇ ਗੁਰੂ ਘਰਾਂ ਦੀ ਪਾਕਤਾ ਤੇ ਪਵਿੱਤਰਤਾ ਜਿਹੜੀ ਉਹਨੂੰ ਬਰਕਰਾਰ ਰੱਖਿਆ ਜਾ ਸਕੇ। ਫਿਰ ਖਿਆਲ ਕਰਿਓ, ਜਲਿਆਂਵਾਲੇ ਬਾਗ ਦਾ ਜਿਹੜਾ ਸਾਕਾ ਵਰਤਦਾ ਹੈ, ਜਲਿਆਂਵਾਲੇ ਬਾਗ ਅੰਦਰ ਸਾਕਾ ਵਰਤਿਆ, ਉਹਦੇ ਵਿੱਚ ਪਾਉਂਟਾ ਸਾਹਿਬ ਦੀ ਧਰਤੀ ਦਾ ਮਹੰਤ ਹੈ ਜਿਹਦਾ ਨਾਂ ਇਤਿਹਾਸ ਨੇ ਲਹਿਣਾ ਸਿੰਘ ਕਰਕੇ ਲਿਖਿਆ। ਉਸ ਸਾਕੇ ਦੇ ਵਿੱਚ ਉਹਨਾਂ ਦੀ ਜਾਨ ਬਚੀ ਤੇ ਉਹ ਸਾਰੇ ਦਾ ਸਾਰਾ ਪ੍ਰਬੰਧ ਪਾਉਂਟਾ ਸਾਹਿਬ ਦਾ ਉਹਨਾਂ ਦੇ ਹੱਥ ਵਿੱਚ ਹੈ। ਜਦੋਂ ਗੁਰੂ ਕਿਆਂ ਸਿੱਖਾਂ ਨੂੰ ਉਹਨਾਂ ਨੇ ਵੇਖਿਆ ਸ਼ਹੀਦੀਆਂ ਦਿੰਦਿਆਂ, ਕੁਰਬਾਨੀਆਂ ਦਿੰਦਿਆਂ ਤੇ ਗੁਰੂ ਘਰਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਂਦਿਆਂ ਤੇ ਲਹਿਣਾ ਸਿੰਘ ਜੀ ਚਾਬੀਆਂ ਲੈ ਕੇ ਆਪ ਗੁਰੂ ਕੇ ਸਿੱਖਾਂ ਪਾਸ ਆਏ ਤੇ ਉਹਨਾਂ ਆ ਕੇ ਆਖਿਆ ਜੀ ਆਹ ਲਓ, ਮੈਂ ਪਾਉਂਟਾ ਸਾਹਿਬ ਦੀ ਧਰਤੀ ਦੀਆਂ ਚਾਬੀਆਂ ਵੀ ਸਿੱਖ ਪੰਥ ਦੇ ਹੱਥ ਵਿੱਚ ਫੜਾਉਣਾ, ਅੱਜ ਤੋਂ ਸਾਰੀ ਵਾਗਡੋਰ ਉਸ ਅਸਥਾਨ ਦੀ ਵੀ ਸਿੱਖ ਪੰਥ ਸੰਭਾਲੇ। ਜਦੋਂ ਲਹਿਣਾ ਸਿੰਘ ਜੀ ਦਾ ਇੰਨਾ ਸੋਹਣਾ ਇਖਲਾਕ ਤੇ ਉੱਚਾ ਜੀਵਨ ਵੇਖਿਆ ਤੇ ਉਦੋਂ ਚਾਬੀਆਂ ਲਹਿਣਾ ਸਿੰਘ ਦੇ ਹੱਥ ਵਿੱਚ ਹੀ ਰਹਿਣ ਦਿੱਤੀਆਂ ਸਿੱਖਾਂ ਨੇ ਤੇ ਆਖਿਆ ਵੀ ਨਹੀਂ, ਉਸ ਗੁਰੂ ਘਰ ਦਾ ਪ੍ਰਬੰਧ ਤੁਸੀਂ ਸੰਭਾਲੋ, ਤੁਹਾਨੂੰ ਉੱਥੋਂ ਦਾ ਸਾਰਾ ਪ੍ਰਬੰਧ ਚੰਗੇ ਢੰਗ ਦਾ ਪਤਾ ਹੈ ਔਰ ਤੁਸੀਂ ਬੜਾ ਬਾਖੂਬੀ ਉਹ ਪ੍ਰਬੰਧ ਸੰਭਾਲ ਰਹੇ ਹੋ। ਲਹਿਣਾ ਸਿੰਘ ਜੀ ਨੇ ਬੜੇ ਚੰਗੇ ਢੰਗ ਨਾਲ ਪ੍ਰਬੰਧ ਸੰਭਾਲਿਆ। ਪਰ ਅਫਸੋਸ ਇਸ ਗੱਲ ਦਾ ਹੈ ਕਿ ਜਦੋਂ ਲਹਿਣਾ ਸਿੰਘ ਸੰਸਾਰ ਉੱਤੋਂ ਕੂਚ ਕਰ ਜਾਂਦੇ ਨੇ, ਸੰਸਾਰ ਉੱਤੋਂ ਚੜ੍ਹਾਈ ਕਰ ਜਾਂਦੇ ਨੇ, ਉਹਨਾਂ ਦੇ ਜਾਣ ਤੋਂ ਬਾਅਦ ਵਿੱਚ ਉਹਨਾਂ ਦਾ ਪੁੱਤਰ ਗੁਰਦਿਆਲ ਸਿੰਘ ਪਾਉਂਟਾ ਸਾਹਿਬ ਦਾ ਪ੍ਰਬੰਧ ਸੰਭਾਲਦਾ। ਉਹਨੇ ਪ੍ਰਬੰਧ ਐਸਾ ਸੰਭਾਲਿਆ, ਉਹਨੇ ਆਪਣੇ ਰਿਸ਼ਤੇਦਾਰ ਮੂਲਾ ਸਿੰਘ ਦੇ ਸਹਾਇਤਾ ਨਾਲ ਆਪਣੀ ਅਸਲ ਜਿਹੜੀ ਨਾ ਜਾਣ ਪਛਾਣ ਕਹਿ ਲੋ, ਵਾਕਫੀਅਤ ਕਹਿ ਲੋ, ਸਰਕਾਰੀ ਦਰਬਾਰੇ ਕਰ ਲਈ। ਉਹ ਐਸੀ ਵਾਕਫੀਅਤ ਕੀਤੀ ਉਹਨੇ ਸਰਕਾਰੀ ਦਰਬਾਰੇ ਕਿ ਉਹ ਸਰਕਾਰ ਦਾ ਹੀ ਬਣ ਕੇ ਰਹਿ ਗਿਆ। ਉਹਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਨਿਤਾ ਪ੍ਰਤੀ ਉਸੇ ਤਰ੍ਹਾਂ ਦੀ ਮੰਦੀ ਮੱਤ ਜਿਹੜੀ ਕਦੇ ਨਰੈਣੂ ਮਹੰਤ ਕੋਲ ਹੈ ਜਾਂ ਜਿਹੜੀ ਕਦੇ ਮੱਸੇ ਰੰਗੜ ਦੇ ਕੋਲ ਹੈ, ਮਤਲਬ ਉਹਨੇ ਵੀ ਗੁਰੂ ਘਰ ਦੇ ਪ੍ਰਬੰਧ ਅੰਦਰ ਕੋਈ ਜਿਹੜਾ ਨਾ ਚੰਗਾ ਪੱਖ ਰਹਿਣ ਨਹੀਂ ਦਿੱਤਾ। ਉਹਨੇ ਵੀ ਗੁਰੂ ਘਰਾਂ ਦੇ ਪ੍ਰਬੰਧ ਵਿੱਚ ਵਿਗਾੜ ਪੈਦਾ ਕੀਤਾ। ਪਾਉਂਟਾ ਸਾਹਿਬ ਦੀ ਧਰਤੀ ਉੱਤੇ ਹੋਇਆ ਕੀ, ਜਦੋਂ ਗੁਰਦਿਆਲ ਸਿੰਘ ਦੇ ਪ੍ਰਬੰਧ ਬਾਰੇ ਸਿੱਖਾਂ ਤੱਕ ਬਾਤ ਪਹੁੰਚਦੀ ਹੈ, ਮਾਸਟਰ ਤਾਰਾ ਸਿੰਘ ਜੀ ਹੁਣੀ, ਗਿਆਨੀ ਕਿਰਪਾਲ ਸਿੰਘ ਜੀ ਹੁਣੀ, ਸਰਦਾਰ ਹੁਕਮ ਸਿੰਘ ਜੀ ਹੁਣੀ ਤੇ ਉਦੋਂ ਸਾਬਕਾ ਪ੍ਰਧਾਨ ਜਿਹੜੇ ਸ਼੍ਰੋਮਣੀ ਕਮੇਟੀ ਦੇ, ਉਹਨਾਂ ਤੱਕ ਜਦੋਂ ਉਹ ਸਾਰੀ ਵਾਰਤਾ ਪਹੁੰਚੀ ਤੇ ਅਕਾਲੀ ਆਗੂ ਇਕੱਠੇ ਹੋ ਕੇ ਗੁਰਦਿਆਲ ਸਿੰਘ ਕੋਲ ਜਾਂਦੇ ਨੇ। ਜਦੋਂ ਉੱਥੇ ਗਏ, ਉਹ ਉਹਦੇ ਖਿਲਾਫ ਕੋਈ ਐਕਸ਼ਨ ਨਾ ਲੈ ਸਕੇ। ਉਹਦਾ ਸਭ ਤੋਂ ਵੱਡਾ ਕਾਰਨ ਸੀ ਕਿ ਉਹਨੇ ਨਾ ਬੁੱਢਾ ਦਲ ਦੇ ਮੁਖੀ ਨੂੰ ਮਿਲ ਕੇ, ਚੇਤ ਸਿੰਘ ਜੀ ਨੂੰ ਮਿਲ ਕਰਕੇ ਉਹਨੇ ਅੰਮ੍ਰਿਤਪਾਨ ਕਰ ਲਿਆ ਤੇ ਆਪਣੀਆਂ ਭੁੱਲਾਂ ਬਖਸ਼ਾ ਲਈਆਂ। ਗੁਰਦਿਆਲ ਸਿੰਘ ਨੇ ਜਿਹੜਾ ਉਸ ਵਕਤ ਲਹਿਣਾ ਸਿੰਘ ਦਾ ਸੁਪੁੱਤਰ ਪਾਉਂਟਾ ਸਾਹਿਬ ਦੀ ਧਰਤੀ ਦਾ ਸਾਰਾ ਪ੍ਰਬੰਧ ਸਾਂਭ ਰਿਹਾ, ਸੇਵਾ ਸੰਭਾਲ ਕਰ ਰਿਹਾ, ਔਰ ਉਹਨੇ ਨਾ ਆਪਣੀਆਂ ਭੁੱਲਾਂ ਬਖਸ਼ਾਈਆਂ। ਭੁੱਲਾਂ ਬਖਸ਼ਾ ਕੇ ਤੇ ਉਹਨੇ ਅੰਮ੍ਰਿਤਪਾਨ ਕਰ ਲਿਆ। ਪਰ ਕਿੰਨਾ ਕੁ ਚਿਰ ਸਤਿਗੁਰੂ ਪਾਤਸ਼ਾਹ ਜੀ ਕੀ ਪਾਵਨ ਬਾਣੀ ਦਾ ਇੱਕ ਬਚਨ ਹੈ, ਸਵਾਨ ਪੂੰਛ ਜਿਉ ਭਇਓ ਨਾ ਸੂਧੋ। ਜਿਵੇਂ ਸਵਾਨ ਦੀ ਪੂੰਛ ਕਦੇ ਸਿੱਧੀ ਨਹੀਂ ਨਾ ਹੁੰਦੀ, ਉਸੇ ਤਰ੍ਹਾਂ ਇਹਨੇ ਗੁਰਦਿਆਲ ਸਿੰਘ ਨੇ ਆਪਣਾ ਆਪਾ ਪ੍ਰਗਟਾਇਆ। ਜਿੰਨਾ ਚਿਰ ਤੇ ਉੱਥੇ ਬੁੱਢਾ ਦਲ ਦੇ ਮੁਖੀ ਰਹੇ, ਉਹਨਾਂ ਚਿਰ ਤੇ ਇਹ ਗੁਰੂ ਘਰ ਦੇ ਪ੍ਰਬੰਧ ਨੂੰ ਬੜੇ ਸੁਚੱਜੇ ਢੰਗ ਨਾਲ ਸੰਭਾਲਦਾ ਰਿਹਾ ਔਰ ਆਪਣੇ ਆਪ ਨੂੰ ਅੰਮ੍ਰਿਤ ਵਿੱਚ ਇਹਨੇ ਪ੍ਰਪੱਕ ਵੀ ਰੱਖਿਆ। ਪਰ ਜਦੋਂ ਉੱਥੋਂ ਮਹਾਪੁਰਸ਼ ਕਹਿ ਲੋ ਉਹ ਵਾਪਸ ਪੰਜਾਬ ਦੀ ਧਰਤੀ ਤੇ ਆਏ, ਬੁੱਢਾ ਦਲ ਦੇ ਮੁਖੀ, ਤੇ ਉਹਨਾਂ ਦੇ ਵਾਪਸ ਆਉਂਦਿਆਂ ਹੀ ਇਹਨੇ ਫਿਰ ਉਹੀ ਕਾਰਗੁਜ਼ਾਰੀ ਸ਼ੁਰੂ ਕਰ ਲਈ। ਅੰਮ੍ਰਿਤ ਜਿਹੜਾ ਉਹ ਕੁਰੈਤੀਆ ਬਣ ਕੇ ਇਹਨੇ ਉਸ ਪਾਸੇ ਤੋਂ ਪਤਿਤ ਹੋਇਆ। ਪਤਿਤ ਹੋ ਕੇ ਤੇ ਇਹਨੇ ਗੁਰੂ ਘਰ ਦੇ ਪ੍ਰਬੰਧ ਨੂੰ ਫਿਰ ਉਸੇ ਤਰ੍ਹਾਂ ਆਪਣੀ ਮਨਮਰਜ਼ੀ ਨਾਲ ਚਲਾਉਣਾ ਸ਼ੁਰੂ ਕਰ ਲਿਆ। ਇਹੀ ਬਾਤ ਸਾਰੀ ਵਾਰਤਾ
फिर उस वक्त तरुणा दल के मुखी ने बाबा हरभजन सिंह जी हरियां वेलां वाले, उन्हां तक ये सारी खबर पहुंचती है कि गुरदयाल सिंह अपने पुराने कारनामिਆਂ ते आ चुका, उसे तरह दीयां करतूतां वो फेर करन लग गया। ते उदों हरभजन सिंह जी अपने नाल साथी लैके ना ते उन्हां ने जयकारे छड्डदियां होइयां ते पाउंटा साहब की धरती वल नूं चाले पाए। जदों पाउंटा साहब की धरती वल नूं चाले पाए तो उधरों गुरदयाल सिंह ने पहाड़ अपने कह लो पहाड़े दे उत्ते किराए दे उत्ते उन्हें भी कुछ बदमाश सद लए जिन्हां ने सिखां नाल हथोपाई भी की और हथोपाई करदियां होइयां उन्हां ने सिखां दे उत्ते जुल्म ते तशद्दद भी किया। पर उदों भी गुरु कियां सिखां ने उत्थे गुरदयाल सिंह नूं प्रेम नाल समझाया, प्यार नाल समझाया तां जो ये मन जाए ते गुरु घर की पाकता ते पवित्रता नूं बरकरार रखिया जाए। जदों गुरु कीआं लाडलियां फौजां उत्थे पहुंचियां उदों रौनकां हर पासे लग गईयां। होया कि गुरु किआं सिखां ने उस वक्त उत्थे अखंड पाठ साहब प्रारंभ कीते भी असीं पाउंटा साहब की धरती की पाकता ते पवित्रता जिहड़ी ਇਹਦਾ सारा जिम्मा या ਇਹਦਾ प्रबंध असीं अपने हत्थां विच लैके जाना। पाठी सिंह पाठ कर रहे उस वक्त जिहड़ा हिमाचल का पुलिस कमिश्नर है RK चंडोल, उन्हें पुलिस प्रशासन की सहायता लैंदियां होइयां गुरदयाल सिंह ने इनू अगाह किया और इन्हें आके ना सब तो पहलों स्पीकर दे विच आवाज़ दी। और ख्याल रखियो स्पीकर विच आवाज़ देण तो पहला इन्हां ने हरभजन सिंह नूं अपनी कैद विच रखिया, क्योंकि इन्हां ने ना उन्हां नाल बातचीत करन वास्ते उन्हां नूं अपने पास सद्दिया। अपने पास सद के हरभजन सिंह नूं इन्हां ने बंदी बना लिया, कैद कर लिया। जदों कैद किया उदों बाद विच इन्हां ने फिर स्पीकर दे विच आवाज़ दी कि अखंड पाठ साहिब बंद करके सारे जिन्ने भी सिख अंदर मौजूद ने वो पाउंटा साहिब के अस्थान तो बाहर आ जाण। पर सिखां ने किसी भी प्रकार की परवाह ना की। जदों परवाह ना की ते गुरु किआं सिखां उत्ते तशद्दद करन वास्ते गुरु घर दे प्रबंध नूं ना छड्डण दे लई उन्हां ने बहुत जुल्म ते तशद्दद कीते। वो जुल्म ऐसे सन जिन्हां ने हिरदे वलूंदर के रख दिते। उन्हां ने गुरु घर दीयां कंधां टप्पणियां शुरू कीतियां, पौड़ियां ला के वो अंदर जाण लगे, दरवाजे भन्ने, जिन्ने भी उत्थे गेट लगे सन वो तोड़ दिते, गोलियां चलाईयां और कई सिखां दे उत्ते तशद्दद करदियां उत्थे शहीदी जाम पियाए गए। और हद उदों हुई जदों अखंड पाठ साहिब दे गुरु साहब जी की गोद विच बैठा पाठी सिंह बाणी पढ़ रहा। बाणी पढ़दे जदों वो बैठा होया उन्हें शोर शराबा वेखिया, अंदर आउंदी फौज वेखी, पुलिस वेखी ते उन्हें हाथ खड़ियां करके ते उन्हां नूं हल्ला करन तो वरजिया भी ये कर्म तुसीं ना करो। पर उस वक्त हद कीती उन्हां जिस हाथ नूं खड़ियां करके उन्हां नूं रोक रहा सी, उन्हां निशाना बन के उसे हाथ दे विचों गोली पार कीती ते उहदी हथेली विच छेक कीता। और वो फिर भी उस तशद्दद नूं सहिंदा होया, उस तकलीफ नूं सहिंदा होया गुरु की गोद विच उसे तरह सुभाईमान है बैठा रहा। उन्हें गुरु पातशाह जी की बाणी का खंडत अखंड पाठ साहिब का खंडन ना होण दिता। पर उत्थे ही बस नहीं, उन्हां फिर एक गोली की वरतों करदियां एक गोली उहदी हिक विच दागी, उहदी छाती विच वजी। जदों वो गोली छाती विच वजदी है पिंडा सारा लहू लुहान हो गया, सारा लहू लुहान होया पिंडा। उस तरह ही वो देह समेत गुरु ग्रंथ साहब पातशाह के स्वरूप उपर गुरु का सिख पाठी सिंह बैठा डिग पैंदा है। उस वक्त जेड़े निहाल सिंह जी निहंग सिंह वो ताबिया खड़ोते अपने हथीं चौर साहब की सेवा निभा रहे। जदों वो चौर साहब की सेवा निभा रहे उन्हां पाठी सिंह की हालत वेखी, किते बाणी खंडित ना होवे, अखंड पाठ साहब जी का पाठ किते खंडित ना होवे। उन्होंने फटाफट उहदी थां संभालदियां होइयां जदों वो बैठे सुभाईमान होए ते उन्होंने फिर अपनी बंदूक विचों गोली एक इन्हां दे उपर भी दागी। इस तरह इन्हां ने उत्थों उन्हां नूं बाहर कढ़िया। तकरीबन उदों इतिहासकारां 9 सिखां दा जिक्र कीता जिन्हां दे विचों 8 शहीदी जाम पी गए। 5 दीयां देहां ਜਿਹੜੀਆਂ ਉਹ ਨਾ ਦਿੱਤੀਆਂ ਗਈਆਂ, ਉਹਨਾਂ ਨੂੰ ਜੰਗਲਾਂ ਵਿੱਚ ਲਿਜਾ ਕੇ ਸਾੜਿਆ। 3 ਦੀਆਂ ਦੇਹਾਂ ਜਿਹੜੀਆਂ ਉਹ ਸਿੱਖ ਪੰਥ ਨੂੰ ਸੌਂਪੀਆਂ ਗਈਆਂ, ਸਿੱਖਾਂ ਨੂੰ ਸੌਂਪੀਆਂ ਗਈਆਂ, ਜਿਨ੍ਹਾਂ ਦਾ ਸੰਸਕਾਰ ਮੁੜ ਕੇ ਜਮਨਾ ਦੇ ਕਿਨਾਰੇ ਤੇ ਕੀਤਾ ਜਾਂਦਾ ਹੈ। ਇਸ ਤਰ੍ਹਾਂ ਜਿੰਨੀਆਂ ਉੱਥੇ ਉਹਨਾਂ ਨੇ ਗੋਲੀਆਂ ਵਰਾਈਆਂ ਜਾਂ ਜੋ ਕੁਝ ਉਹਨਾਂ ਨੇ ਉੱਥੇ ਤਸ਼ੱਦਦ ਤੇ ਜ਼ੁਲਮ ਕੀਤਾ, ਆਪਣੇ ਕਰਮਾਂ ਦੇ ਉੱਤੇ ਪਰਦਾ ਪਾਉਣ ਦੇ ਲਈ
ਆਪਣੇ ਕੰਮਾਂ ਨੂੰ ਉਹਨਾਂ ਨੇ ਲੁਕਾਉਣ ਦੇ ਵਾਸਤੇ ਫਿਰ ਜਿੰਨੀਆਂ ਗੋਲੀਆਂ ਉੱਥੇ ਦੀਵਾਰਾਂ ਦੇ ਵਿੱਚ ਕੰਧਾਂ ਦੇ ਵਿੱਚ ਵੱਜੀਆਂ ਸਨ ਨਾ, ਉਹਨਾਂ ਨੇ ਸੀਮਟ ਦੀ ਵਰਤੋਂ ਕਰਦਿਆਂ ਹੋਇਆਂ ਉਹ ਦਾਗ ਭਰਨ ਦੀ ਕੋਸ਼ਿਸ਼ ਵੀ ਕੀਤੀ ਵੀ ਤਾਂ ਜੋ ਕਿਤੇ ਸਿੱਖਾਂ ਦੇ ਰੋਹ ਤੇ ਸਿੱਖਾਂ ਦੇ ਗੁੱਸੇ ਦਾ ਸਾਨੂੰ ਸਾਹਮਣਾ ਨਾ ਕਰਨਾ ਪਏ। ਉਹਨਾਂ ਨੇ ਸੀਮਟ ਨਾਲ ਭਰਨ ਦੀ ਕੋਸ਼ਿਸ਼ ਵੀ ਕੀਤੀ ਔਰ ਭਰੇ ਵੀ ਉਹਨਾਂ ਨੇ ਉਹ ਨਿਸ਼ਾਨ, ਪਰ ਭਰਨ ਤੋਂ ਬਾਅਦ ਵਿੱਚ ਵੀ ਤਕਰੀਬਨ ਇਤਿਹਾਸਕਾਰਾਂ ਜ਼ਿਕਰ ਕੀਤਾ 47 ਗੋਲੀਆਂ ਦੇ ਨਿਸ਼ਾਨ ਉਦੋਂ ਵੀ ਕੰਧਾਂ ਦੇ ਉੱਤੇ ਮੌਜੂਦ ਸਨ। ਔਰ ਇੱਕ ਸਿੱਖ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਖੜਾ ਨਗਾਰੇ ਉੱਤੇ ਚੋਟ ਮਾਰ ਕੇ ਬਾਹਰ ਖੜੇ ਸਿੱਖਾਂ ਨੂੰ ਤੇ ਸੰਗਤਾਂ ਨੂੰ ਸੁਚੇਤ ਕਰ ਰਿਹਾ ਸੀ। ਉਸ ਹਮਲੇ ਦੇ ਬਾਰੇ ਵਿੱਚ ਦੱਸ ਰਿਹਾ, ਹਮਲੇ ਬਾਰੇ ਸੁਚੇਤ ਕਰ ਰਿਹਾ, ਤੇ ਉਹਦੇ ਉੱਤੇ ਵੀ ਗੋਲੀਆਂ ਚਲਾਉਂਦਿਆਂ ਹੋਇਆਂ ਉਹਨਾਂ ਨੇ ਉਸੇ ਥਾਂ ਉੱਤੇ ਨਗਾਰੇ ਦੇ ਉੱਤੇ ਹੀ ਉਹਨੂੰ ਵੀ ਸ਼ਹੀਦੀ ਜਾਮ ਪਿਆਇਆ। ਜਦੋਂ ਇਹ ਸਾਰੇ ਦਾ ਸਾਰਾ ਸਾਕਾ ਵਰਤਦਾ ਉਦੋਂ ਸਿੱਖਾਂ ਦੇ ਅੰਦਰ ਫਿਰ ਰੋਹ ਭਰਦਾ, ਸਿੱਖਾਂ ਦੇ ਅੰਦਰ ਰੋਸ ਭਰਦਾ ਹੈ। ਔਰ ਉਸ ਰੋਸ ਨੂੰ ਪ੍ਰਗਟਾਉਂਦਿਆਂ ਹੋਇਆਂ ਸਿੱਖਾਂ ਨੇ ਫਿਰ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ, ਗੁਰੂ ਸਾਹਿਬ ਜੀ ਦੇ ਭਰੋਸੇ ਉੱਤੇ ਮਾਲਕ ਅੱਗੇ ਅਰਦਾਸਾਂ ਸੋਧ ਕੇ ਤੇ ਮੋਰਚਾ ਜਿਹੜਾ ਉਹ ਲਾਇਆ। ਫਿਰ ਪਾਉਂਟਾ ਸਾਹਿਬ ਦੀ ਧਰਤੀ ਦਾ ਸਾਰਾ ਪ੍ਰਬੰਧ ਸਿੱਖ ਆਪਣੇ ਹੱਥਾਂ ਵਿੱਚ ਲੈ ਕੇ ਆਉਂਦੇ। ਸ਼ਹੀਦੀ ਜਾਮ ਪੀਂਦਿਆਂ ਗੁਰੂ ਕਿਆਂ ਸਿੱਖਾਂ ਨੇ ਪਾਉਂਟਾ ਸਾਹਿਬ ਦੀ ਧਰਤੀ ਦੀ ਪਾਕਤਾ ਤੇ ਪਵਿੱਤਰਤਾ ਨੂੰ ਬਰਕਰਾਰ ਰੱਖਦਿਆਂ ਸਾਰੇ ਦਾ ਸਾਰਾ ਪ੍ਰਬੰਧ ਔਰ ਉਹ ਪੱਖ ਗੁਰੂ ਕਿਆਂ ਸਿੱਖਾਂ ਨੇ ਜਿਹੜਾ ਉਹਨੂੰ ਸਾਬਤ ਰੱਖਿਆ ਕਿ ਅਸੀਂ ਆਪਣੇ ਉੱਤੇ ਜ਼ੁਲਮ ਤੇ ਸਹਿ ਸਕਦੇ ਹਾਂ, ਆਪਣੇ ਸਰੀਰਾਂ ਉੱਤੇ ਜ਼ੁਲਮ ਸਹਿ ਸਕਦੇ ਹਾਂ, ਆਪਣੇ ਪਰਿਵਾਰਾਂ ਤੇ ਬੱਚਿਆਂ ਉੱਤੇ ਜ਼ੁਲਮ ਤੇ ਅਸੀਂ ਸਹਿ ਸਕਦੇ ਹਾਂ, ਪਰ ਕੋਈ ਸਾਡੇ ਗੁਰੂ ਉੱਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਹਿ ਲਓ ਬੇਅਦਬੀ ਕਰੇ ਜਾਂ ਕੋਈ ਗੁਰੂ ਘਰ ਦੀਆਂ ਇਮਾਰਤਾਂ ਦੀ ਬੇਅਦਬੀ ਕਰੇ, ਅਸੀਂ ਉਸ ਹਾਰ ਨਹੀਂ ਸਕਦੇ। ਤੇ ਸਮੇਂ-ਸਮੇਂ ਉੱਤੇ ਬੇਅਦਬੀ ਕਰਨ ਵਾਲਿਆਂ ਨੂੰ ਸਾਨੂੰ ਸੋਧਾ ਵੀ ਲਾਉਣਾ ਆਉਂਦਾ ਹੈ। ਅਸੀਂ ਉਹਨਾਂ ਨੂੰ ਸੋਧੇ ਵੀ ਲਾਏ ਔਰ ਗੁਰੂ ਘਰਾਂ ਦੀਆਂ ਇਮਾਰਤਾਂ ਦਾ ਜਿਹੜੀ ਪਾਕਤਾ ਤੇ ਪਵਿੱਤਰਤਾ ਹੈ ਤੇ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਅਦਬ ਔਰ ਸਤਿਕਾਰ ਹੈ, ਅਸੀਂ ਉਹਨੂੰ ਬਰਕਰਾਰ ਵੀ ਰੱਖਿਆ। ਇਸ ਤਰੀਕੇ ਗੁਰੂ ਕਿਆਂ ਸਿੱਖਾਂ ਨੇ ਪਾਉਂਟਾ ਸਾਹਿਬ ਦੀ ਧਰਤੀ ਦੇ ਉੱਤੇ ਸ਼ਹੀਦੀ ਜਾਮ ਪੀਂਦਿਆਂ ਹੋਇਆਂ, ਪਾਉਂਟਾ ਸਾਹਿਬ ਦਾ ਸਾਕਾ ਵਰਤਾਉਂਦਿਆਂ ਹੋਇਆਂ ਔਰ ਗੁਰੂ ਕਿਆਂ ਸਿੱਖਾਂ ਨੇ ਸਾਰੇ ਦਾ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਕੇ ਆਂਦਾ, ਜਿਹੜਾ ਸਾਕਾ ਤਕਰੀਬਨ ਸੰਨ 1964 ਵਿੱਚ ਵਰਤਦਾ ਹੈ ਤੇ 1964 ਈਸਵੀ ਦੇ ਵਿੱਚ ਆ ਕੇ ਪਾਉਂਟਾ ਸਾਹਿਬ ਦੀ ਧਰਤੀ ਦਾ, ਪਾਉਂਟਾ ਸਾਹਿਬ ਦੇ ਅਸਥਾਨ ਦਾ ਸਾਰਾ ਪ੍ਰਬੰਧ ਗੁਰੂ ਕਿਆਂ ਸਿੱਖਾਂ ਦੇ ਹੱਥਾਂ ਵਿੱਚ ਆਉਂਦਾ। ਉਹਨਾਂ ਸ਼ਹੀਦਾਂ ਨੂੰ ਉੱਥੇ ਸ਼ਹੀਦ ਹੋਏ ਜਿਨ੍ਹਾਂ ਨੇ ਗੁਰੂ ਕਰਕੇ, ਗੁਰੂ ਪਾਤਸ਼ਾਹ ਜੀ ਦੇ ਅਦਬ ਔਰ ਸਤਿਕਾਰ ਕਰਕੇ ਆਪਣਾ ਆਪਾ ਕੁਰਬਾਨ ਕੀਤਾ। ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਵੀ ਕੋਟਾਨ ਕੋਟ ਪ੍ਰਣਾਮ। ਤੇ ਜੋ ਉਪਦੇਸ਼, ਜੋ ਸਿੱਖਿਆ ਅੱਜ ਸਤਿਗੁਰੂ ਅਰਜਨ ਦੇਵ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ, ਮਾਲਕ ਪਾਤਸ਼ਾਹ ਕਹਿੰਦੇ ਕਿ ਜਿਨ੍ਹਾਂ ਨੇ ਆਪਣੇ ਨਿਰਮਲਤਾਈ ਮਨ ਦੀ ਬਰਕਰਾਰ ਕਰ ਲਈ, ਗੁਰੂ ਉਪਦੇਸ਼ ਸਦਕਾ, ਗੁਰੂ ਗਿਆਨ ਸਦਕਾ ਆਪਣੇ ਮਨਾਂ ਨੂੰ ਨਿਰਮਲ ਕੀਤਾ, ਉਹਨਾਂ ਨੇ ਆਪਣੇ ਮਨ ਨਿਰਮਲ ਕਰਕੇ ਆਪਣਾ ਆਉਣਾ ਤੇ ਜਾਣਾ ਜਿਹੜਾ ਉਹਨੂੰ ਮੇਟ ਲਿਆ। ਦੋਏ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜਿਉ। ਫਿਰ ਆਖਿਆ ਕਹਿੰਦੇ ਦੋਏ ਕਰ ਜੋੜ ਇੱਕ ਬਿਨੋਂ ਕਰੀਜੈ। ਕਹਿੰਦੇ ਮੈਂ ਹੱਥ ਜੋੜ ਕੇ ਇੱਕ ਬੇਨਤੀ ਕਰਦਾ ਆ, ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਸਭ ਤੋਂ ਪਹਿਲਾਂ ਤੇ ਇਹ ਸਾਨੂੰ ਮੰਨਣਾ ਪੈਣਾ ਨਾ ਵੀ ਅਸੀਂ ਡੁੱਬ ਰਹੇ ਆ, ਪਰ ਇਹ ਮੰਨੇ ਕਿਹੜਾ? ਕਿਉਂਕਿ ਅਸੀਂ ਆਪਣੀ ਬਿਰਤੀ ਜਿਹੜੀ ਧਾਰਨ ਕਰਕੇ ਬੈਠੇ ਆ ਨਾ, ਉਸ ਬਿਰਤੀ ਕਰਕੇ ਤੇ ਸਾਨੂੰ ਲੱਗਦਾ ਹੀ ਨਹੀਂ ਵੀ ਅਸੀਂ ਡੁੱਬ ਰਹੇ ਆ, ਜਾਂ ਅਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ ਵੀ ਸਾਨੂੰ ਗੁਰੂ ਪਾਤਸ਼ਾਹ ਦੀ ਵੀ ਜ਼ਰੂਰਤ ਹੈ, ਮਾਲਕ ਜੀ ਕੀ ਰਹਿਮਤ ਵੀ ਚਾਹੀਦੀ ਹੈ। ਪਰ ਜਿੰਨਾ ਚਿਰ ਅਸੀਂ ਗੁਰੂ ਕੀ ਰਹਿਮਤ ਤੋਂ ਸਖਣੇ ਆ, ਬਸ ਉਹਨਾਂ ਚਿਰ ਖਿਆਲ ਰੱਖੀਏ ਵੀ ਸਾਡੀ ਹਾਲਤ ਉਸ ਪੱਥਰ ਵਰਗੀ ਹੈ ਜਿਹੜਾ ਜਿਹੇ ਜਿੰਨਾ ਮਰਜ਼ੀ ਨਿੱਕੇ ਆਕਾਰ ਦਾ, ਪਰ ਉਹ ਕਦੇ ਪਾਣੀ ਤੋਂ ਪਾਰ ਨਹੀਂ ਲੰਘ ਸਕਦਾ, ਚਾਹੇ ਲੱਖ ਯਤਨ ਕਰ ਲਏ।
ਨਿੱਕੇ ਤੋਂ ਨਿੱਕਾ ਪੱਥਰ ਛੱਡੋ, ਨਿੱਕੇ ਤੋਂ ਨਿੱਕਾ ਕਿਣਕਾ ਵੀ ਕਦੇ ਪਾਣੀ ਤੋਂ ਪਾਰ ਨਹੀਂ ਲੰਘ ਸਕਦਾ, ਉਹ ਲੱਖ ਯਤਨ ਕਰੇ। ਫਿਰ ਵੱਡੇ ਤੋਂ ਵੱਡਾ ਪੱਥਰ ਵੀ ਪਾਰ ਲੰਘ ਜਾਂਦਾ ਹੈ, ਵੱਡੇ ਤੋਂ ਵੱਡਾ ਪੱਥਰ ਵੀ ਕਹਿ ਲੋ ਪਾਣੀ ਤੋਂ ਪਾਰ, ਸਮੁੰਦਰ ਤੋਂ ਪਾਰ ਲੰਘ ਜਾਂਦਾ, ਜੇ ਕਿਤੇ ਆਪਣੇ ਜੀਵਨ ਅੰਦਰ ਬੇੜੇ ਦਾ ਸਹਾਰਾ ਤੇ ਆਸਰਾ ਲੈ ਲਏ। ਫਿਰ ਸਤਿਗੁਰੂ ਜੀ ਕਹਿੰਦੇ, ਰੱਬ ਜੀਓ, ਹੇ ਅਕਾਲ ਪੁਰਖ ਪਰਮੇਸ਼ਵਰ ਜੀਓ, ਮੈਂ ਹੱਥ ਜੋੜ ਕੇ ਤੁਹਾਡੇ ਅੱਗੇ ਅਰਜ਼ੋਈ ਕਰਦਾ ਕਿ ਮੈਂ ਪੱਥਰ ਬਿਰਤੀ ਦਾ ਮਾਲਕ ਹਾਂ। ਅਸੀਂ ਪੱਥਰ ਬਿਰਤੀ ਦੇ ਮਾਲਕ ਹਾਂ, ਜਿਸ ਕਰਕੇ ਆਪਣੀਆਂ ਬਿਰਤੀਆਂ ਦੇ ਮਾਲਕ ਹੋਣ ਕਰ ਅਸੀਂ ਸੰਸਾਰ ਸਮੁੰਦਰ ਜਿਹੜਾ ਇਹਦੇ ਵਿੱਚ ਡੁੱਬਦੇ ਜਾ ਰਹੇ ਹਾਂ, ਤੇ ਕਿਰਪਾ ਕਰੋ ਸਾਨੂੰ ਡੁੱਬਦਿਆਂ ਦਾ ਹੁਣ ਤੁਸੀਂ ਪਾਰ ਉਤਾਰਾ ਕਰੋ। ਸਾਡਾ ਸਹਾਰਾ ਤੁਸੀਂ ਹੋ, ਸਾਡਾ ਆਸਰਾ ਤੁਸੀਂ ਹੋ। ਇਸੇ ਕਰਕੇ ਭਗਤ ਨਾਮਦੇਵ ਜੀ ਦਾ ਪਾਵਨ ਬਚਨ ਬੜਾ ਪਿਆਰਾ, ਜਿੱਥੇ ਉਹ ਜ਼ਿਕਰ ਕਰਦੇ ਆ, ਆਖਦੇ, ਦੇਵਾ ਪਾਹਨ ਤਾਰੀਲੇ ਰਾਮ ਕਹਿਤ ਜਨ ਕਸ ਨਾ ਤਰੈ, ਤਾਰੀ ਲੈ ਗਨਕਾ ਬਿਨ ਰੂਪ ਕੁਬਜਾ ਬਿਆਦ ਅਜਾਮਲ ਤਾਰੀਲੇ। ਜੇ ਰੱਬ ਜੀਓ ਉਹਨਾਂ ਨੂੰ ਤੁਸੀਂ ਤਾਰ ਸਕਦੇ ਹੋ, ਤੇ ਸਾਡੀ ਵੀ ਅਰਜ਼ੋਈ ਹੈ ਕਿ ਰਹਿਮਤ ਕਰਕੇ ਸਾਡਾ ਵੀ ਉਧਾਰ ਕਰੋ। ਜਿਹਨੂੰ ਬਾਪੂ ਜੀ ਨੇ ਬਾਣੀ ਵਿੱਚ ਜ਼ਿਕਰ ਕਰਦਿਆਂ ਆਖਿਆ, ਮੋਕੋ ਤਾਰ ਲੈ ਰਾਮਾ ਤਾਰ ਲੈ, ਮੈਂ ਅਜਾਨ ਜਨ ਤਰਬੇ ਨਾ ਜਾਨੋ, ਮੋਕੋ ਬਾਹ ਦੇ ਬਾਪ ਬੀਠੁਲਾ। ਹੇ ਮੇਰੇ ਪਿਤਾ, ਹੇ ਮੇਰੇ ਪਰਮੇਸ਼ਵਰ ਜੀਓ, ਆਪ ਜੀ ਕਿਰਪਾ ਕਰਕੇ ਸਾਨੂੰ ਆਪਣੀ ਬਾਹ ਪਕੜਾਓ, ਆਪਣਾ ਸਹਾਰਾ ਦਿਓ, ਆਸਰਾ ਦਿਓ, ਤਾਂ ਜੋ ਅਸੀਂ ਇਸ ਭਵਜਲ ਸਾਗਰ ਨੂੰ ਆਸਾਨੀ ਦੇ ਨਾਲ ਪਾਰ ਲੰਘ ਸਕੀਏ। ਅਸੀਂ ਹਾਂ ਪੱਥਰ ਬਿਰਤੀ ਦੇ ਮਾਲਕ, ਇਹਦੇ ਵਿੱਚ ਕੋਈ ਅਤਕਥਨੀ ਨਹੀਂ, ਤੇ ਪਰ ਪਰਮੇਸ਼ਵਰ ਜੀਓ ਤੁਸੀਂ ਕਿਰਪਾਲੂ ਹੋ, ਦਇਆਲੂ ਹੋ, ਪੱਥਰ ਬਿਰਤੀਆਂ ਨੂੰ ਵੀ ਤੁਸੀਂ ਪਾਰ ਲੰਘਾ ਦਿੰਦੇ ਹੋ, ਪੱਥਰ ਵੀ ਤੁਸੀਂ ਪਾਰ ਕਰ ਦਿੰਦੇ ਹੋ। ਜਿਹੜੇ ਪੱਥਰ ਬਿਰਤੀ ਦੇ ਮਾਲਕ ਬਣ ਜਾਣ ਮਾਲਕ ਜੀਓ, ਆਪ ਰਹਿਮਤ ਕਰਕੇ ਉਹਨਾਂ ਨੂੰ ਮੋਮ ਬਿਰਤੀ ਵੀ ਬਣਾ ਦਿੰਦੇ ਹੋ। ਖੈਰ, ਫਿਰ ਸਾਹਿਬ ਕਹਿੰਦੇ, ਨਾਨਕ ਕੋ ਪ੍ਰਭ ਭਏ ਕਿਰਪਾਲਾ। ਗੱਲ ਤੇ ਦੋਏ ਕਰ ਜੋੜ ਕਰੋ ਅਰਦਾਸ ਦੀ ਹੈ। ਜੇ ਕਿਤੇ ਅਰਦਾਸ ਕਰਨੀ ਸਾਨੂੰ ਆ ਜਾਏ, ਜੇ ਅਰਜ਼ੋਈ ਕਰਨੀ ਆ ਜਾਏ ਨਾ, ਮਾਲਕ ਜੀ ਕਹਿੰਦੇ ਉਹ ਪਰਮੇਸ਼ਵਰ ਕਿਰਪਾਲੂ ਹੋਣ ਲੱਗਿਆ ਕਦੇ ਦੇਰੀ ਨਹੀਂ ਲਾਉਂਦਾ, ਉਹ ਕਦੇ ਵੀ ਦੇਰ ਨਹੀਂ ਲਾਉਂਦਾ। ਅਸੀਂ ਆਪਣੀ ਜ਼ੁਬਾਨ ਤੋਂ ਇੱਕ ਅਖਾਣ ਵਰਤਦੇ ਹਾਂ ਕਿ ਰੱਬ ਕਰ ਦੇਰ ਹੈ ਅੰਧੇਰ ਨਹੀਂ, ਪਰ ਇੱਕ ਖਿਆਲ ਰੱਖੀਏ, ਨਾ ਤੇ ਰੱਬ ਕਰ ਦੇਰ ਹੈ ਤੇ ਨਾ ਅੰਧੇਰ ਹੈ। ਨਾ ਰੱਬ ਕਦੇ ਦੇਰੀ ਲਾਉਂਦਾ ਹੈ, ਤੇ ਅੰਧੇਰ ਤੇ ਬਾਤ ਹੀ ਬੜੀ ਦੂਰ ਦੀ ਹੈ। ਦੇਰ ਸਿਰਫ ਸਾਡੀ ਅਰਦਾਸ ਵਿੱਚ ਹੈ। ਜਿੰਨਾ ਚਿਰ ਸਾਨੂੰ ਹਿਰਦੇ ਕਰਕੇ ਅਰਜ਼ੋਈ ਕਰਨੀ ਨਹੀਂ ਆਉਂਦੀ, ਉਹਨਾਂ ਚਿਰ ਦੇਰੀ ਹੋਈ ਦੇਰੀ ਹੈ। ਜਿੱਦਣ ਹਿਰਦੇ ਕਰਕੇ ਅਰਦਾਸ ਕਰਾਂਗੇ, ਉਦਣ ਉਹ ਦੇਰ ਨਹੀਂ ਲਾਉਂਦਾ, ਉਦਣ ਉਹ ਸਿਰਫ ਰਹਿਮਤ ਵਰਤਾਉਂਦਾ, ਉਦਣ ਕਿਰਪਾ ਕਰਦਾ ਹੈ। ਤੇ ਮਾਲਕ ਜੀ ਕਹਿੰਦੇ, ਜਦੋਂ ਦੋਏ ਕਰ ਜੋੜ ਇੱਕ ਬਿਨੋਂ ਕਰੀਜੈ ਬੇਨਤੀ ਕੀਤੀ, ਤੇ ਅਰਜ਼ੋਈ ਕਰਦਿਆਂ ਆਖਿਆ, ਪਰਮੇਸ਼ਵਰ ਜੀਓ ਰਹਿਮਤ ਕਰਕੇ ਕਰ ਕਿਰਪਾ, ਡੁੱਬਦਾ ਪੱਥਰ ਲੀਜੈ, ਸਾਨੂੰ ਵੀ ਡੁੱਬਦਿਆਂ ਨੂੰ ਬਚਾ ਲਓ। ਕਹਿੰਦੇ ਉਸੇ ਵਕਤ ਨਾਨਕ ਕੋ ਪ੍ਰਭ ਭਏ ਕਿਰਪਾਲਾ, ਉਸੇ ਵਕਤ ਪਰਮੇਸ਼ਵਰ ਜੀ ਕਿਰਪਾਲੂ ਹੋਏ, ਦਇਆਲੂ ਹੋਏ, ਉਹਨਾਂ ਨੇ ਰਹਿਮਤ ਕੀਤੀ, ਡੁੱਬਦਿਆਂ ਨੂੰ ਤਾਰਿਆ। ਤੇ ਇਉਂ ਕਹਿ ਲੋ, ਡੁੱਬਦਿਆਂ ਨੂੰ ਤਰਨ ਵਾਸਤੇ ਉਹਨਾਂ ਨੇ, ਡੁੱਬਦਿਆਂ ਦਾ ਪਾਰ ਉਤਾਰਾ ਕਰਨ ਵਾਸਤੇ ਉਪਦੇਸ਼ ਦਿੰਦਿਆਂ ਆਖਿਆ ਕਿ ਪ੍ਰਭ ਨਾਨਕ ਮਨ ਭਾਣਾ ਜੀਓ, ਭਾਈ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਭਾਣੇ ਵਿੱਚ ਰਹਿਣਾ ਸਿੱਖੀਏ। ਜਿੱਦਣ ਉਹਦੇ ਭਾਣੇ ਵਿੱਚ ਰਹਿਣ ਲੱਗ ਜਾਾਂਗੇ, ਉਦਣ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਵਾਂਗੇ। ਸਾਡਾ ਇਸ ਸਮੁੰਦਰ ਵਿੱਚ, ਜਿਵੇਂ ਭਾਈ ਨੰਦ ਲਾਲ ਜੀ ਨਾਲ ਧੰਨ ਗੁਰੂ ਕਲਗੀਧਰ ਸਾਹਿਬ ਜੀ ਨੇ ਇੱਕ ਕੌਤਕ ਵਰਤਾਇਆ। ਸਤਿਗੁਰੂ ਪਾਤਸ਼ਾਹ ਨੇ ਨਾ ਆਪਣੇ ਹੱਥਾਂ ਦੇ ਵਿੱਚ ਕੁਝ ਕੁ ਪੱਥਰ ਲਏ, ਉਹ ਸੁੱਟ ਰਹੇ ਪਾਣੀ ਵਿੱਚ। ਸਿੱਖਾਂ ਨੂੰ ਪੁੱਛਦੇ ਵੀ ਇਹ ਕਿਉਂ ਡੁੱਬ ਰਿਹਾ। ਇੱਕ ਪੱਥਰ ਸੁੱਟਿਆ, ਸਿੱਖ ਨੂੰ ਪੁੱਛਿਆ ਵੀ ਕਿਉਂ ਡੁੱਬਿਆ। ਉਹਨੇ ਆਪਣੀ ਮੱਤ ਨਾਲ, ਮਾਲਕ ਜੀ ਪੱਥਰ ਹੈ, ਪੱਥਰ ਕਦੇ ਪਾਣੀ ਵਿੱਚ ਤਰਿਆ ਨਹੀਂ। ਫਿਰ ਸੁੱਟਿਆ, ਫਿਰ ਸਵਾਲ ਪੁੱਛਿਆ ਸਿੱਖਾਂ ਨੂੰ ਵੀ ਹੁਣ ਕਿਉਂ ਡੁੱਬਿਆ। ਉਹਨਾਂ ਫਿਰ ਉਹੀ ਜਵਾਬ ਉਸੇ। ਤੇ ਜਦੋਂ ਭਾਈ ਨੰਦ ਲਾਲ ਜੀ ਤੋਂ ਪੁੱਛਦੇ ਨਾ ਸਤਿਗੁਰੂ ਕਲਗੀਧਰ ਸਾਹਿਬ ਜੀ, ਉਹਨਾਂ ਜ਼ਿਕਰ ਬੜਾ ਪਿਆਰਾ ਕੀਤਾ। ਤੇ ਮਾਲਕ ਜੀ ਨੇ ਪੱਥਰ ਸੁੱਟਿਆ ਤੇ ਭਾਈ ਨੰਦ ਲਾਲ ਜੀ ਨੂੰ ਪੁੱਛਿਆ, ਕਹਿੰਦੇ ਨੰਦ ਲਾਲ ਜੀ ਤੁਸੀਂ ਦੱਸੋ ਪੱਥਰ ਕਿਉਂ ਡੁੱਬਿਆ। ਤੇ ਉਸ ਵਕਤ ਨੰਦ ਲਾਲ ਜੀ ਜਵਾਬ ਦਿੰਦੇ, ਮਾਲਕ ਜੀਓ ਮੈਂ ਤੇ ਇਤਨਾ ਜਾਣਦਾ, ਮੈਨੂੰ ਨਹੀਂ ਪਤਾ ਪੱਥਰ ਕਿਉਂ ਡੁੱਬਿਆ ਕਿਉਂ ਨਹੀਂ ਡੁੱਬਿਆ, ਬਸ ਇੰਨਾ ਜਾਣਦਾ ਕਿ ਜਿਹੜਾ ਤੇਰੇ ਹੱਥੋਂ ਨਿਕਲ ਗਿਆ ਉਹ ਡੁੱਬਿਆ ਹੀ ਡੁੱਬਿਆ, ਉਹਦਾ ਕਦੇ ਪਾਰ ਉਤਾਰਾ ਨਹੀਂ ਹੋ ਸਕਦਾ, ਭਾਵੇਂ ਉਹ ਲੱਖ ਵੱਡਾ ਹੋਵੇ, ਲੱਖ ਚੰਗੇ ਤੋਂ ਚੰਗਾ ਕਿਉਂ ਨਾ ਹੋਵੇ।
ਪਰ ਜਿਹੜਾ ਮਾਲਕ ਜੀ ਉਹ ਤੇਰੇ ਹੱਥੋਂ ਨਿਕਲ ਗਿਆ ਨਾ, ਉਹ ਕਦੇ ਵੀ ਪਾਰ ਨਹੀਂ ਲੰਘ ਸਕਦਾ। ਔਰ ਸੱਚਮੁੱਚ ਜੇ ਕਿਤੇ ਅਸੀਂ ਸਾਹਿਬ ਦੇ ਭਾਣੇ ਵਿੱਚ ਰਹਿਣਾ ਸਿੱਖ ਲਈਏ ਤੇ ਸਾਡਾ ਪਾਰ ਉਤਾਰਾ ਹੋ ਜਾਏਗਾ। ਪਰ ਜਿੱਦਣ ਉਸ ਪਰਮੇਸ਼ਵਰ ਦੇ ਭਾਣੇ ਵਿੱਚੋਂ ਅਸੀਂ ਆਕੀ ਹੋ ਗਏ, ਉਹਦੇ ਭਾਣੇ ਤੋਂ ਬਾਹਰ ਹੋ ਗਏ, ਉਦਣ ਕਿਸੇ ਨਹੀਂ ਉਹ ਬਚਾਉਣਾ। ਨਾ ਉਦਣ ਕੋਈ ਆਸਰਾ ਦੇਗਾ, ਨਾ ਸਹਾਰਾ ਦੇਗਾ, ਨਾ ਕਿਸੇ ਉਧਾਰ ਕਰਨਾ। ਉਦਣ ਤੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਜੀ ਤੋਂ ਇਲਾਵਾ ਨਾ ਸੰਸਾਰ ਉੱਤੇ ਕੋਈ ਤਾਕਤ ਤੇ ਨਾ ਸਮਰੱਥਾ ਹੈ ਜਿਹੜੀ ਸੰਸਾਰ ਸਮੁੰਦਰ ਤੋਂ ਪਾਰ ਕਰ ਸਕਦੀ ਹੋਵੇ। ਇਸੇ ਕਰਕੇ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ, ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ, ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤ ਇਹੀ। ਰੱਬ ਜੀਓ ਸਾਡੀ ਤੇ ਹਾਲਤ ਇਹੋ ਹੈ, ਬਸ ਆਪ ਰਹਿਮਤ ਕਰੋ, ਕਿਰਪਾ ਕਰਕੇ ਸਾਡਾ ਪਾਰ ਉਤਾਰਾ ਕਰੋ, ਸਾਡਾ ਉਧਾਰ ਕਰੋ। ਅੱਜ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪਾਵਨ ਬੋਲਾਂ ਦੇ ਰਾਹੀਂ ਉਪਦੇਸ਼ ਦਿੰਦੇ ਆ, ਸਾਨੂੰ ਸਮਝਾਉਂਦੇ ਕਿ ਸਾਡਾ ਸਰੀਰ ਪਰਮੇਸ਼ਵਰ ਦਾ ਨਿਵਾਜੀ ਹੋਈ ਇੱਕ ਬੜੀ ਵੱਡੀ ਦਾਤ ਹੈ। ਪਰ ਇਸ ਦਾਤ ਨੂੰ ਅਸੀਂ ਸਫਲਿਆਂ ਤਾਂ ਕਰ ਸਕਦੇ ਹਾਂ ਜੇ ਕਿਤੇ ਅਸੀਂ ਹਰੀ ਪਰਮੇਸ਼ਵਰ ਨੂੰ ਗਾਉਣਾ ਤੇ ਸੁਣਨਾ ਸਿੱਖ ਲਈਏ। ਅਸੀਂ ਤਾਂ ਪ੍ਰਵਾਨੇ ਜਾਵਾਂਗੇ ਜੇ ਕਿਤੇ ਨੇਤਰਾਂ ਦੇ ਨਾਲ, ਕਿਤੇ ਹੱਥਾਂ ਦੇ ਨਾਲ, ਕਿਤੇ ਪੈਰਾਂ ਦੇ ਨਾਲ ਪਰਮੇਸ਼ਵਰ ਦੇ ਦਰ ਵੱਲ ਨੂੰ ਚੱਲਣਾ ਸਿੱਖ ਲਈਏ। ਅਸੀਂ ਤਾਂ ਪ੍ਰਵਾਨੇ ਜਾਵਾਂਗੇ ਜੇ ਕਿਤੇ ਸੰਗਤ ਦਾ ਸੰਗ ਕਰਦਿਆਂ ਹੋਇਆਂ ਆਪਣੇ ਮਨਾਂ ਦੀ ਨਿਰਮਲਤਾ ਹੀ ਬਰਕਰਾਰ ਕਰ ਲਈਏ। ਗੁਰੂ ਉਪਦੇਸ਼ ਸਦਕਾ ਸਾਡਾ ਪਾਰ ਉਤਾਰਾ ਤਾਂ ਹੋਏਗਾ ਜੇ ਕਿਤੇ ਪਰਮੇਸ਼ਵਰ ਦੇ ਭਾਣੇ ਵਿੱਚ ਸਾਨੂੰ ਰਹਿਣਾ ਆ ਜਾਏ। ਬਸ ਮਾਲਕ ਰਹਿਮਤ ਕਰਨ, ਕਿਤੇ ਸਾਹਿਬ ਜੀ ਦੀ ਰਜ਼ਾ ਤੇ ਭਾਣੇ ਨੂੰ ਸਿਰ ਮੱਥੇ ਕਰਕੇ ਮੰਨਣਾ ਆ ਜਾਏ। ਸਾਹਿਬ ਦੇ ਦਰਸਾਏ ਮਾਰਗਾਂ ਤੇ ਚੱਲਦਿਆਂ, ਸਾਹਿਬ ਦੇ ਪਾਏ ਪੂਰਨਿਆਂ ਤੇ ਚੱਲਦਿਆਂ ਅਸੀਂ ਵੀ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ, ਤਾਂ ਜੋ ਇਸ ਮਨੁੱਖਾ ਜਨਮ ਦਾ ਅਸੀਂ ਲਾਹਾ ਖੱਟ ਕੇ ਜਾ ਸਕੀਏ। ਪਾਉਂਟਾ ਸਾਹਿਬ ਦੇ ਸ਼ਹੀਦਾਂ ਨੂੰ ਕੋਟਾਨ ਕੋਟ ਪ੍ਰਣਾਮ। ਮਾਲਕ ਅੱਗੇ ਅਰਦਾਸ ਤੇ ਅਰਜ਼ੋਈ ਕਰਦੇ ਰਿਹਾ ਕਰੀਏ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ।
ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦਿਆਂ ਵਿੱਚ ਵਸਾ ਲਈਏ। ਦੋਏ ਕਰ ਜੋੜ ਇਕ ਬਿਨੋ ਕਰੀਜੈ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਕੋ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜਿਉ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤ